ओशो की पुस्तक है एक ओंकार सतनाम। अगला हिस्सा। जे एक गुर की सिख सुनी, तीरथ नावा जे तिस पावा, विण भाणे के नाए करे। जेती सिठ उपाई वेखा, विण कर्मा के मिले लई। मत विच रतन जवाहर माणक, जे एक गुर की सिख सुनी। गुरा एक दे बुझाई, सबना जिया का एक दाता, सो मैं विसर ना जाई। जे जुग चारे आरजा होर दसूणी होए, नवां खंडां विच जाणीऐ, नाल चलै सब कोए। चंगा नाओ रखाए कै, जस कीरत जग ले। जे तिस नदर ना आवई, ता वात न पुछै के। कीटा अंदर कीट कर, दोषी दोष धरे। नानक निर्गुण गुण करे, गुणवंतियां गुण दे। तेहा कोई न सुझई, जे तिस गुण कोई करे। एक रात नानक अचानक घर छੱਡ ਕੇ ਚਲੇ ਗਏ। ਕਿਸੇ ਨੂੰ ਪਤਾ ਨਹੀਂ ਕਿੱਥੇ ਹਨ। ਲੱਭਣ ਗਏ ਸਾਧੂਆਂ ਦੀ ਸੰਗਤ ਵਿੱਚ, ਮੰਦਰਾਂ ਵਿੱਚ, ਜਿੱਥੇ ਸੰਭਾਵਨਾ ਸੀ, ਪਰ ਉਹ ਕਿਤੇ ਵੀ ਨਹੀਂ ਮਿਲੇ। ਤਦ ਕਿਸੇ ਨੇ ਕਿਹਾ ਸ਼ਮਸ਼ਾਨ ਵੱਲ ਜਾਂਦੇ ਵੇਖਿਆ ਹੈ। ਕਿਸੇ ਨੂੰ ਵਿਸ਼ਵਾਸ ਨਾ ਆਇਆ, ਸ਼ਮਸ਼ਾਨ ਆਪਣੀ ਮਰਜ਼ੀ ਨਾਲ ਕੋਈ ਜਾਂਦਾ ਹੀ ਕਿਵੇਂ। ਸ਼ਮਸ਼ਾਨ ਲੈ ਜਾਣ ਲਈ ਤਾਂ 4 ਆਦਮੀਆਂ ਦੀ ਜ਼ਰੂਰਤ ਪੈਂਦੀ ਹੈ। ਬੜੀ ਮੁਸ਼ਕਿਲ ਨਾਲ ਕੋਈ ਜਾਂਦਾ ਹੈ। ਮਰਿਆ ਹੋਇਆ ਆਦਮੀ ਵੀ ਜਾਣਾ ਨਹੀਂ ਚਾਹੁੰਦਾ, ਤਾਂ ਜਿਉਂਦੇ ਆਦਮੀ ਦੇ ਜਾਣ ਦਾ ਕੋਈ ਸਵਾਲ ਹੀ ਨਹੀਂ। ਪਰ ਜਦ ਨਾਨਕ ਨੂੰ ਕਿਤੇ ਨਾ ਪਾਇਆ, ਤਾਂ ਲੋਕ ਸ਼ਮਸ਼ਾਨ ਪੁੱਜੇ। ਸ਼ਮਸ਼ਾਨ ਵਿੱਚ ਉਹਨਾਂ ਨੇ ਧੂਣੀ ਰਮਾਈ ਹੋਈ ਸੀ, ਧਿਆਨ 'ਚ ਬੈਠੇ ਸਨ। ਘਰ ਦੇ ਲੋਕਾਂ ਨੇ ਕਿਹਾ, ਪਾਗਲ ਹੋ ਗਏ ਹੋ? ਘਰ-ਬਾਰ ਛੱਡ ਕੇ, ਪਤਨੀ ਬੱਚੇ ਛੱਡ ਕੇ ਇੱਥੇ ਕੀ ਕਰ ਰਹੇ ਹੋ? ਇਹ ਸ਼ਮਸ਼ਾਨ ਹੈ, ਇਹ ਪਤਾ ਹੈ? ਨਾਨਕ ਨੇ ਕਿਹਾ, ਜਿਹੜਾ ਇੱਥੇ ਆ ਗਿਆ ਉਹ ਫਿਰ ਕਦੇ ਮਰਦਾ ਨਹੀਂ, ਤੇ ਜਿਸ ਨੂੰ ਤੁਸੀਂ ਘਰ ਕਹਿੰਦੇ ਹੋ, ਉੱਥੇ ਜੋ ਵੀ ਹੈ ਉਹ ਅੱਜ ਨਹੀਂ ਕੱਲ ਮਰੇਗਾ। ਫਿਰ ਸ਼ਮਸ਼ਾਨ ਕਿਹੜੀ ਥਾਂ ਹੈ? ਜਿੱਥੇ ਲੋਕ ਮਰਦੇ ਹਨ ਉਹ ਸ਼ਮਸ਼ਾਨ, ਜਾਂ ਜਿੱਥੇ ਲੋਕ ਕਦੇ ਨਹੀਂ ਮਰਦੇ ਉਹ ਸ਼ਮਸ਼ਾਨ? ਤੇ ਫਿਰ ਜਦ ਇੱਕ ਦਿਨ ਇੱਥੇ ਆ ਹੀ ਜਾਣਾ ਹੈ, ਤੇ 4 ਆਦਮੀਆਂ ਦੇ ਮੋਢਿਆਂ ਤੇ ਚੜ੍ਹ ਕੇ ਕੀ ਆਉਣਾ ਸ਼ੋਭਾ ਨਹੀਂ ਦਿੰਦਾ। ਮੈਂ ਆਪੇ ਟੁਰ ਆਇਆ। ਇਹ ਘਟਨਾ ਬੜੀ ਮਹੱਤਵਪੂਰਨ ਹੈ। ਜੋ ਹੋਣਾ ਹੀ ਹੈ ਉਹਦੇ ਨਾਲ ਨਾਨਕ ਦਾ ਟਕਰਾਓ ਨਹੀਂ ਹੈ। ਜੋ ਹੋਣਾ ਹੈ ਉਹਦਾ ਸਵੀਕਾਰ ਹੈ। ਮੌਤ ਵੀ ਹੋਣੀ ਹੈ, ਉਹਦਾ ਵੀ ਸਵੀਕਾਰ ਹੈ। ਤੇ ਦੂਜਿਆਂ ਨੂੰ ਕੀ ਕਸ਼ਟ ਦੇਣਾ ਉੱਥੇ ਤੱਕ ਲਿਜਾਣ ਲਈ ਆਪੇ ਉੱਠ ਕੇ ਚਲੇ ਜਾਣਾ ਠੀਕ ਹੈ। ਜੋ ਹੋਏਗਾ ਉਸ ਨਾਲ ਸਾਡਾ ਵਿਰੋਧ ਬਣਿਆ ਰਹਿੰਦਾ ਹੈ। ਸਾਡੀ ਆਪਣੀ ਚਾਹ ਹੈ ਅਜਿਹਾ ਨਾ ਹੋਵੇ। ਨਾਨਕ ਦੀ ਆਪਣੀ ਕੋਈ ਚਾਹ ਨਹੀਂ। ਜੋ ਉਹਦੀ ਚਾਹ ਹੈ, ਜੇਕਰ ਮੌਤ ਵੀ ਉਹਦੀ ਚਾਹ ਹੈ, ਤਾਂ ਉਹ ਵੀ ਨਾਨਕ ਨੂੰ ਮਨਜ਼ੂਰ ਹੈ। ਉਸ ਰਾਤ ਨਾਨਕ ਨੂੰ ਲੋਕ ਸਮਝਾ ਬੁਝਾ ਕੇ ਘਰ ਲੈ ਆਏ, ਪਰ ਨਾਨਕ ਉਹੋ ਜਿਹੇ ਹੀ ਆਦਮੀ ਨਾ ਰਹੇ ਜਿਹੋ ਜਿਹੇ ਸਨ। ਕੁਝ ਉਹਨਾਂ ਦੇ ਅੰਦਰ ਮਰ ਹੀ ਗਿਆ ਤੇ ਕਿਸੇ ਨਵੇਂ ਦਾ ਜਨਮ ਹੋ ਗਿਆ। ਜਦੋਂ ਕੋਈ ਪੂਰੀ ਤਰ੍ਹਾਂ ਅੰਦਰ ਮਰਦਾ ਹੈ ਤਦ ਹੀ ਨਵੇਂ ਦਾ ਜਨਮ ਹੁੰਦਾ ਹੈ। ਜਨਮ ਦੀ ਉਹੀ ਪ੍ਰਕਿਰਿਆ ਹੈ, ਸ਼ਮਸ਼ਾਨ ਵਿੱਚੋਂ ਲੰਘਣਾ ਹੀ ਹੋਏਗਾ। ਤੇ ਜਿਹੜਾ ਜਾਣ ਕੇ ਲੰਘ ਜਾਏ, ਹੋਸ਼ ਨਾਲ ਲੰਘ ਜਾਏ, ਉਹਨੂੰ ਨਵਾਂ ਜਨਮ ਮਿਲਦਾ ਹੈ। ਨਵੇਂ ਸਰੀਰ ਦਾ ਜਨਮ ਨਹੀਂ, ਉਹ ਨਵਾਂ ਜਨਮ ਨਵੇਂ ਸਰੀਰ ਦਾ ਜਨਮ ਨਹੀਂ ਹੈ। ਉਹ ਨਵਾਂ ਜਨਮ ਨਵੀਂ ਚੇਤਨਾ ਦਾ ਪ੍ਰਕਾਸ਼ ਹੈ। ਤੁਸੀਂ ਡਰੇ ਹੋਏ ਹੋ, ਤੇ ਜਿੱਥੇ ਡਰ ਹੈ ਉੱਥੇ ਭਗਵਾਨ ਨਾਲ ਕੋਈ ਸੰਬੰਧ ਨਹੀਂ ਹੋ ਸਕੇਗਾ। ਤੁਸੀਂ ਜਿੰਨਾ ਪੂਜਾ ਪਾਠ ਕਰ ਰਹੇ ਹੋ ਉਹ ਭੈ ਦੇ ਕਾਰਨ ਹੈ।
ਪਰਮਾਤਮਾ ਦੇ ਪ੍ਰੇਮ ਵਿੱਚ ਨਹੀਂ। ਤੁਸੀਂ ਤੀਰਥ ਜਾ ਰਹੇ ਹੋ, ਇਸ਼ਨਾਨ ਕਰ ਰਹੇ ਹੋ, ਧੂਪ ਬੱਤੀ ਜਲਾ ਰਹੇ ਹੋ, ਉਹ ਸਭ ਡਰ ਦੇ ਕਾਰਨ ਹਨ, ਭਗਵਾਨ ਦੇ ਪ੍ਰੇਮ 'ਚ ਨਹੀਂ। ਤੁਹਾਡਾ ਧਰਮ ਤੁਹਾਡੇ ਡਰ ਦੀ ਦਵਾਈ ਹੈ, ਤੁਹਾਡੇ ਆਨੰਦ ਦਾ ਉਤਸਵ ਨਹੀਂ। ਤੁਸੀਂ ਸਭ ਸੁਰੱਖਿਆ ਦੇ ਲਈ ਕਰਦੇ ਹੋ। ਤੁਸੀਂ ਇੰਤਜ਼ਾਮ ਸਾਰੇ ਜੁਟਾਉਂਦੇ ਹੋ। ਜਿਵੇਂ ਤੁਸੀਂ ਧਨ ਇਕੱਠਾ ਕਰਦੇ ਹੋ, ਮਕਾਨ ਬਣਾਉਂਦੇ ਹੋ, ਬੈਂਕ ਬੈਲੈਂਸ ਬਣਾਉਂਦੇ ਹੋ, ਬੀਮਾ ਕਰਵਾਉਂਦੇ ਹੋ, ਅਜਿਹਾ ਹੀ ਭਗਵਾਨ ਵੀ ਤੁਹਾਡਾ ਬੀਮਾ ਹੈ। ਤੁਹਾਡੇ ਤੀਰਥ, ਤੁਹਾਡੇ ਇਸ਼ਨਾਨ, ਤੁਹਾਡੇ ਪੂਜਾ ਪਾਠ ਤੁਹਾਡੇ ਭੈ ਦੀਆਂ ਸੁਰੱਖਿਆਵਾਂ ਹਨ। ਅਤੇ ਡਰ ਨਾਲ ਕੋਈ ਉਸ ਤੱਕ ਪਹੁੰਚਿਆ? ਡਰ ਕੋਈ ਪੁੱਜਣ ਦਾ ਢੰਗ ਹੈ? ਡਰ ਤਾਂ ਟੁੱਟਣ ਦਾ ਢੰਗ ਹੈ, ਪ੍ਰੇਮ ਜੁੜਨ ਦਾ ਢੰਗ ਹੈ। ਡਰ ਨਾਲ ਤਾਂ ਦੂਰੀ ਹੁੰਦੀ ਹੈ, ਪ੍ਰੇਮ ਨਾਲ ਨੇੜਤਾ ਮਿਲਦੀ ਹੈ। ਹੋਰ ਪ੍ਰੇਮ ਤੇ ਡਰ ਕਿਤੇ ਵੀ ਨਹੀਂ ਮਿਲਦੇ। ਜਦ ਡਰ ਪੂਰਾ ਛੁੱਟ ਜਾਂਦਾ ਹੈ ਤਦ ਪ੍ਰੇਮ ਉਜਾਗਰ ਹੁੰਦਾ ਹੈ। ਜਦ ਤੱਕ ਡਰ ਟਿਕਿਆ ਰਹਿੰਦਾ ਹੈ ਤਦ ਤੱਕ ਤੁਸੀਂ ਨਫ਼ਰਤ ਕਰ ਸਕਦੇ ਹੋ, ਨਫ਼ਰਤ ਨੂੰ ਸਜਾ ਸੰਵਾਰ ਸਕਦੇ ਹੋ, ਲੇਕਿਨ ਪ੍ਰੇਮ ਨਹੀਂ ਕਰ ਸਕਦੇ। ਕਿਵੇਂ ਤੁਸੀਂ ਪ੍ਰੇਮ ਕਰੋਗੇ ਜਿਸ ਤੋਂ ਤੁਸੀਂ ਡਰੇ ਹੋਏ ਹੋ? ਜਿਹਦੇ ਕੋਲੋਂ ਡਰ ਹੈ ਉਹਦੇ ਨਾਲ ਤੁਸੀਂ ਸੰਘਰਸ਼ ਕਰੋਗੇ, ਸਮਰਪਣ ਕਿਵੇਂ ਕਰੋਗੇ? ਹੋਰ ਜੇਕਰ ਸਮਰਪਣ ਵੀ ਕਰੋਗੇ ਤਾਂ ਉਹ ਵੀ ਸੰਘਰਸ਼ ਦੀ ਇੱਕ ਨਵੀਂ ਵਿਉਂਤ ਹੋਏਗੀ ਕਿ ਚਲੋ ਸ਼ਾਇਦ ਇਸ ਨਾਲ ਹੀ ਡਰ ਤੋਂ ਛੁਟਕਾਰਾ ਹੋ ਜਾਏ। ਲੋਕ ਤੀਰਥ ਜਾ ਰਹੇ ਹਨ, ਇਸ਼ਨਾਨ ਕਰ ਰਹੇ ਹਨ। ਇਸ ਇਸ਼ਨਾਨ ਵਿੱਚ ਕੋਈ ਸਮਾਗਮ ਨਹੀਂ, ਕੇਵਲ ਪਾਪਾਂ ਤੋਂ ਛੁਟਕਾਰੇ ਦੀ ਇੱਛਾ ਹੈ। ਜੋ ਬੁਰਾ ਕੀਤਾ ਹੈ ਸੋਚਦੇ ਹਨ ਗੰਗਾ 'ਚ ਇਸ਼ਨਾਨ ਕਰਨ ਨਾਲ ਧੋਤਾ ਜਾਏਗਾ, ਪਰ ਬੁਰਾ ਤੁਸੀਂ ਕੀਤਾ ਹੈ ਤਾਂ ਗੰਗਾ ਦੇ ਇਸ਼ਨਾਨ ਨਾਲ ਕਿਵੇਂ ਧੋਤਾ ਜਾਏਗਾ? ਤੁਹਾਡੀ ਬੁਰਾਈ 'ਚ ਗੰਗਾ ਦਾ ਕੀ ਕਸੂਰ ਹੈ? ਬੁਰਾ ਤੁਸੀਂ ਕਰੋਗੇ, ਗੰਗਾ ਧੋਣ ਨੂੰ ਕਾਹਦੇ ਲਈ ਵਗਦੀ ਰਹੇਗੀ? ਤੇ ਬੁਰਾਈ ਜਿਹੜੀ ਤੁਸੀਂ ਕੀਤੀ ਹੈ ਉਹ ਦੇਹ ਦੀ ਤਾਂ ਨਹੀਂ ਹੈ, ਚੇਤਨਾ ਦੀ ਹੈ। ਗੰਗਾ ਦਾ ਪਾਣੀ ਉਸ ਚੇਤਨਾ ਨੂੰ ਛੂ ਵੀ ਨਹੀਂ ਸਕੇਗਾ। ਹਾਂ, ਤੁਸੀਂ ਗੰਦੇ ਹੋ। ਗੰਗਾ ਦੇ ਇਸ਼ਨਾਨ ਨਾਲ ਸਾਫ਼ ਸੁਥਰੇ ਹੋ ਜਾਓਗੇ। ਦੇਹ ਨੂੰ ਧੂੜ ਲੱਗੀ ਹੈ, ਗੰਗਾ ਧੋ ਦੇਗੀ, ਪਰ ਧੂੜ ਤੁਹਾਡੇ ਅੰਦਰ ਲੱਗੀ ਹੈ, ਉਹ ਦੇਹ ਤੇ ਲੱਗੀ ਹੋਈ ਨਹੀਂ ਹੈ, ਤਾਂ ਗੰਗਾ ਕੀ ਕਰੇਗੀ? ਦੇਹ ਨੂੰ ਧੋਣ ਲਈ ਤਾਂ ਗੰਗਾ ਠੀਕ ਹੈ, ਆਤਮਾ ਨੂੰ ਧੋਣ ਦਾ ਇਹ ਉਪਾਅ ਨਹੀਂ। ਕੋਈ ਹੋਰ ਗੰਗਾ ਲੱਭਣੀ ਪਏਗੀ। ਪੁਰਾਣੀ ਕਥਾ ਹੈ ਕਿ ਇੱਕ ਗੰਗਾ ਤਾਂ ਧਰਤੀ ਉੱਤੇ ਵਗਦੀ ਹੈ ਤੇ ਇੱਕ ਗੰਗਾ ਸਵਰਗ ਵਿੱਚ। ਤੁਹਾਨੂੰ ਸਵਰਗ ਦੀ ਗੰਗਾ ਲੱਭਣੀ ਪਏਗੀ, ਕਿਉਂਕਿ ਧਰਤੀ ਦੀ ਗੰਗਾ ਸਰੀਰ ਨੂੰ ਛੂਹੇਗੀ। ਧਰਤੀ ਦੀ ਹੈ, ਸਰੀਰ ਤੱਕ ਉਹਦੀ ਪਹੁੰਚ ਹੈ। ਸਵਰਗ ਦੀ ਗੰਗਾ ਤੁਹਾਨੂੰ ਛੂਹੇਗੀ, ਤੁਹਾਨੂੰ ਧੋ ਦੇਗੀ। ਪਰ ਸਵਰਗ ਦੀ ਗੰਗਾ ਤੁਸੀਂ ਕਿਵੇਂ ਲੱਭੋਗੇ? ਕਿੱਥੋਂ ਲੱਭੋਗੇ? ਇਹ ਸੂਤਰ ਸਵਰਗ ਦੀ ਗੰਗਾ ਦੀ ਭਾਲ ਦੇ ਲਈ ਕਹੇ ਗਏ ਹਨ। ਜੇਕਰ ਮੈਂ ਉਹਨੂੰ ਚੰਗਾ ਲੱਗਾ ਤਾਂ ਮੈਂ ਤੀਰਥਾਂ ਵਿੱਚ ਇਸ਼ਨਾਨ ਕਰ ਲਿਆ। ਉਹਨੂੰ ਚੰਗਾ ਲੱਗਣਾ ਸਵਰਗ ਦੀ ਗੰਗਾ ਨੂੰ ਲੱਭ ਲੈਣਾ ਹੈ। ਉਹਨੂੰ ਚੰਗਾ ਲੱਗਣਾ ਬੜਾ ਡੂੰਘਾ ਸੂਤਰ ਹੈ। ਇਹਨੂੰ ਸਮਝਣ ਦੀ ਥੋੜ੍ਹੀ ਕੋਸ਼ਿਸ਼ ਕਰੋ। ਇੱਕ ਤਾਂ ਤੁਸੀਂ ਉਹਨੂੰ ਚੰਗੇ ਲੱਗੋਗੇ ਤਦ ਜਦ ਤੁਸੀਂ ਉਹਦੇ ਵਿਰੋਧ 'ਚ ਨਹੀਂ ਖੜੇ ਹੋ। ਤੁਸੀਂ ਉਹਨੂੰ ਤਦ ਚੰਗੇ ਲੱਗੋਗੇ ਜਦ ਤੁਸੀਂ ਆਪਣੇ ਨੂੰ ਪੂਰੀ ਤਰ੍ਹਾਂ ਉਹਦੇ ਵਿੱਚ ਲੀਨ ਕਰ ਦਿੱਤਾ ਹੈ। ਤੁਸੀਂ ਉਹਨੂੰ ਤਦ ਹੀ ਚੰਗੇ ਲੱਗੋਗੇ ਜਦ ਤੁਹਾਡਾ ਕਰਤਾ ਭਾਵ ਮਿਟ ਗਿਆ ਹੈ। ਪਰਮਾਤਮਾ ਕਰਤਾ ਹੈ, ਤੁਸੀਂ ਨਿਮਿਤ ਹੋ, ਬਸ ਤੁਸੀਂ ਭਾ ਜਾਓਗੇ। ਪਰ ਅਜੇ ਤਾਂ ਤੁਹਾਡੇ ਅੰਦਰ ਧੁਨ ਵੱਜਦੀ ਹੈ ਕਿ ਮੈਂ ਕਰਤਾ ਹਾਂ। ਪੂਜਾ ਵੀ ਕਰਦੇ ਹੋ ਤਾਂ ਕਰਤਾ ਤੁਸੀਂ ਹੀ ਰਹਿੰਦੇ ਹੋ। ਤੀਰਥਾਂ 'ਤੇ ਇਸ਼ਨਾਨ ਕਰਦੇ ਹੋ ਤਾਂ ਵੀ ਕਰਤਾ ਤੁਸੀਂ ਹੀ ਰਹਿੰਦੇ ਹੋ। ਦਾਨ ਕਰਦੇ ਹੋ ਤਾਂ ਵੀ ਕਰਤਾ ਤੁਸੀਂ ਹੀ ਰਹਿੰਦੇ ਹੋ। ਸਭ ਵਿਅਰਥ ਹੋਇਆ। ਇਸ਼ਨਾਨ ਵੀ ਵਿਅਰਥ ਗਿਆ, ਦਾਨ ਵੀ ਵਿਅਰਥ ਗਿਆ,
ਪੂਜਾ ਬੇਕਾਰ ਹੋਈ, ਕਿਉਂਕਿ ਕਰਤਾ ਦਾ ਭਾਵ ਅਜੇ ਤੁਸੀਂ ਸੋਚਦੇ ਹੋ ਮੇਰਾ ਹੈ। ਧਾਰਮਿਕ ਆਦਮੀ ਤੇ ਅਧਾਰਮਿਕ ਆਦਮੀ 'ਚ ਇੱਕ ਹੀ ਫਰਕ ਹੈ। ਧਾਰਮਿਕ ਆਦਮੀ ਲਈ ਕਰਤਾ ਉਹ ਆਪ ਹੀ ਹੈ। ਮੈਂ ਨਾਲ ਕੀਤਿਆਂ ਕੁਝ ਹੋ ਸਕਦਾ ਹੈ, ਇਹ ਭਾਵ ਅਧਰਮ ਹੈ। ਉਹਦੇ ਕੀਤੇ ਸਭ ਹੋ ਰਿਹਾ ਹੈ, ਇਹ ਭਾਵ ਧਰਮ ਹੈ। ਤੁਸੀਂ ਉਸ ਨੂੰ ਪਿਆਰੇ ਹੋ ਜਾਓ। ਤੁਸੀਂ ਆਪਣੇ ਹੱਥੀਂ ਹੀ ਉਹਦੇ ਵੱਲ ਪਿੱਠ ਕਰਕੇ ਖਲੋਤੇ ਹੋ। ਤੁਹਾਡਾ ਕਰਤਾਪਨ ਹੀ ਉਹਦੇ ਵੱਲ ਤੁਹਾਡੀ ਪਿੱਠ ਕਰਨਾ ਹੈ। ਜਿਉਂ ਹੀ ਤੁਸੀਂ ਕਰਤਾਪਨ ਛੱਡੋਗੇ, ਸਨਮੁਖ ਹੋ ਜਾਓਗੇ, ਬੇਮੁਖਤਾ ਮਿਟ ਜਾਏਗੀ। ਤੁਸੀਂ ਕੀਤਾ ਕੀ ਹੈ? ਨਾ ਜਨਮ ਤੁਹਾਡਾ, ਨਾ ਜੀਵਨ ਤੁਹਾਡਾ, ਨਾ ਮੌਤ ਤੁਹਾਡੀ, ਸਭ ਉਹੀ ਕਰ ਰਿਹਾ ਹੈ। ਪਰ ਵਿਚਕਾਰਲੇ ਅੰਤਰਾਲ ਵਿੱਚ ਤੁਸੀਂ ਆਪਣੇ ਕਰਤਾ ਹੋਣ ਦਾ ਭਾਵ ਇਕੱਠਾ ਕਰ ਲੈਂਦੇ ਹੋ। ਤੇ ਉਹ ਜਿਹੜਾ ਕਰਤਾ ਦਾ ਭਾਵ ਹੈ, ਫਿਰ ਉਹ ਪਾਪ ਕਰੇ ਤਾਂ ਵੀ ਪਾਪ, ਪੁੰਨ ਕਰੇ ਤਾਂ ਵੀ ਪਾਪ। ਇਹਨੂੰ ਖਿਆਲ 'ਚ ਲੈਣਾ। ਤੁਸੀਂ ਸੋਚਦੇ ਹੋ ਪਾਪ ਕਰਨਾ ਪਾਪ ਹੈ, ਪੁੰਨ ਕਰਨਾ ਪੁੰਨ ਹੈ। ਤੁਸੀਂ ਗਲਤੀ 'ਚ ਹੋ। ਕਰਤਾ ਹੋਣਾ ਪਾਪ ਹੈ, ਅਕਰਤਾ ਹੋਣਾ ਪੁੰਨ ਹੈ। ਜੇਕਰ ਪੁੰਨ ਕਰਦੇ ਹੋਏ ਵੀ ਤੁਸੀਂ ਕਹਿੰਦੇ ਹੋ ਮੈਂ ਕੀਤਾ, ਮੰਦਰ ਬਣਾਏ, ਪੂਜਾ ਕੀਤੀ, ਇੰਨੇ ਵਰਤ ਉਪਵਾਸ ਕੀਤੇ, ਇੰਨੀ ਵਾਰ ਤੀਰਥ ਗਿਆ, ਕਾਸ਼ੀ ਗਿਆ, ਹਾਜੀ ਹੋਇਆ, ਇਹ ਤੁਸੀਂ ਜਿੰਨਾ ਕਹੋਗੇ ਮੈਂ ਕੀਤਾ, ਸਭ ਪਾਪ ਹੋ ਗਿਆ। ਇਸ ਲਈ ਪਾਪ ਦਾ ਸੰਬੰਧ ਕਰਮ ਨਾਲ ਨਹੀਂ, ਭਾਵ ਨਾਲ ਹੈ। ਤੁਸੀਂ ਜੇਕਰ ਅਕਰਤਾ ਭਾਵ ਨਾਲ ਕਰ ਸਕੋ ਤਾਂ ਇਸ ਜਗਤ ਵਿੱਚ ਕੋਈ ਵੀ ਪਾਪ ਨਹੀਂ ਹੈ। ਜੇਕਰ ਤੁਸੀਂ ਕਰਤਾ ਭਾਵ ਨਾਲ ਕਰੋ ਤਾਂ ਇਸ ਜਗਤ ਵਿੱਚ ਸਭ ਕੁਝ ਪਾਪ ਹੈ। ਕ੍ਰਿਸ਼ਨ ਅਰਜੁਨ ਨੂੰ ਗੀਤਾ 'ਚ ਇਹੀ ਕਹਿ ਰਹੇ ਹਨ ਕਿ ਤੂੰ ਕਰਤਾ ਭਾਵ ਛੱਡ ਦੇ। ਉਹ ਜੋ ਕਰਵਾ ਰਿਹਾ ਹੈ ਉਹੀ ਕਰ, ਉਸਦੀ ਜੋ ਮਰਜ਼ੀ ਹੈ ਹੋਣ ਦੇ। ਤੂੰ ਵਿਚਕਾਰ ਨਾ ਆ। ਤੂੰ ਆਪਣੇ ਵੱਲੋਂ ਚੁਣਾਵ ਨਾ ਕਰ। ਤੂੰ ਵਿਚਾਰ ਹੀ ਨਾ ਕਰ ਕਿ ਕੀ ਗਲਤ ਹੈ ਤੇ ਕੀ ਠੀਕ ਹੈ। ਤੂੰ ਜਾਣੇਗਾ ਵੀ ਕਿਵੇਂ ਕਿ ਕੀ ਠੀਕ ਹੈ ਤੇ ਕੀ ਗਲਤ ਹੈ? ਤੇਰੇ ਦੇਖਣ ਦੀ ਸੀਮਾ ਕਿੰਨੀ, ਤੇਰੀ ਸਮਝ ਕਿੰਨੀ, ਤੇਰਾ ਅਨੁਭਵ ਕਿੰਨਾ, ਤੇਰਾ ਹੋਸ਼ ਕਿੰਨਾ। ਤੂੰ ਇਸ ਛੋਟੇ ਜਿਹੇ ਦੀਵੇ ਨਾਲ ਦੇਖਣ ਦੀ ਕੋਸ਼ਿਸ਼ ਨਾ ਕਰ। ਇਸ ਦੀ ਰੌਸ਼ਨੀ 4 ਫੁੱਟ ਤੋਂ ਬਹੁਤੀ ਦੂਰ ਨਹੀਂ ਪੈਂਦੀ ਤੇ ਜੀਵਨ ਦਾ ਪਸਾਰ ਅਨੰਤ ਹੈ। ਉਹ ਜੋ ਤੇਰੇ ਕੋਲੋਂ ਕਰਵਾ ਰਿਹਾ ਹੈ ਤੂੰ ਕਰ। ਤੂੰ ਵਿਚਾਲੇ ਖੜਾ ਨਾ ਹੋ। ਤੂੰ ਸਿਰਫ ਮਾਧਿਅਮ ਬਣ ਜਾ। ਜਿਵੇਂ ਬੰਸਰੀ ਨਾਲ ਕੋਈ ਗੀਤ ਗਾਵੇ ਤੇ ਬੰਸਰੀ ਕੇਵਲ ਰਾਹ ਦੇਵੇ, ਤੇ ਇਹੋ ਜਿਹੀ ਤੂੰ ਰਾਹ ਦੇ, ਨਿਮਿੱਤ ਹੋ ਜਾ। ਜਿਹੜਾ ਨਿਮਿੱਤ ਹੋ ਗਿਆ ਉਹਦਾ ਪਿਆਰਾ ਹੋ ਗਿਆ। ਜਿਹੜਾ ਕਰਤਾ ਬਣਿਆ ਰਿਹਾ ਉਹ ਦੁਸ਼ਮਣ ਬਣਿਆ ਰਿਹਾ। ਉਸ ਦਾ ਪ੍ਰੇਮ ਤਾਂ ਫਿਰ ਵੀ ਵਰਦਾ ਰਹੇਗਾ, ਕਿਉਂਕਿ ਉਹਦਾ ਪਿਆਰ ਬਿਨਾਂ ਸ਼ਰਤ ਹੈ। ਤੁਸੀਂ ਕੀ ਹੋ ਇਹਦੇ ਨਾਲ ਕੋਈ ਸੰਬੰਧ ਨਹੀਂ, ਪਰ ਤੁਸੀਂ ਹੀ ਉਹਨੂੰ ਪਾਉਣ 'ਚ ਅਸਮਰਥ ਹੋ ਜਾਓਗੇ। ਜਿਵੇਂ ਘੜਾ ਸਿੱਧਾ ਰੱਖਿਆ ਹੋਵੇ ਤੇ ਮੀਂਹ ਪੈ ਰਿਹਾ ਹੋਵੇ ਤਾਂ ਭਰ ਜਾਏਗਾ, ਮੀਂਹ ਤਾਂ ਪੈਂਦਾ ਹੀ ਰਹੇਗਾ। ਘੜਾ ਉਲਟਾ ਰੱਖਿਆ ਤਾਂ ਖਾਲੀ ਰਹਿ ਜਾਏਗਾ। ਮੀਂਹ ਤਾਂ ਉਲਟੇ ਘੜੇ ਉੱਤੇ ਵੀ ਪੈਂਦਾ ਰਹੇਗਾ, ਕਿਉਂਕਿ ਮੀਂਹ ਤਾਂ ਬਿਨਾਂ ਸ਼ਰਤ ਹੈ। ਉਸਦਾ ਪਿਆਰ ਕਿਸੇ ਸ਼ਰਤ ਨਾਲ ਬੰਨਿਆ ਹੋਇਆ ਨਹੀਂ ਹੈ। ਤੁਸੀਂ ਇਹੋ ਜਿਹੇ ਹੋ ਜਾਓ ਤਾਂ ਮੈਂ ਪਿਆਰ ਕਰਾਂਗਾ। ਇਹਨੂੰ ਵੀ ਸਮਝ ਲੈਣਾ। ਨਾਨਕ ਦਾ ਇਹ ਬਚਨ ਸੁਣ ਕੇ ਕਈ ਲੋਕਾਂ ਨੂੰ ਇੰਝ ਲੱਗਿਆ ਕਿ ਮੈਂ ਅਜਿਹਾ ਹੋ ਜਾਵਾਂ ਤਾਂ ਉਹ ਮੈਨੂੰ ਪਿਆਰ ਕਰੇਗਾ। ਨਹੀਂ, ਉਹਦਾ ਪ੍ਰੇਮ ਤਾਂ ਵਰ ਹੀ ਰਿਹਾ ਹੈ। ਜੇਕਰ ਉਹਦੇ ਪ੍ਰੇਮ ਵਿੱਚ ਵੀ ਸ਼ਰਤ ਹੋਵੇ ਤਾਂ ਮਨੁੱਖ ਤੇ ਪਰਮਾਤਮਾ ਦੇ ਪ੍ਰੇਮ 'ਚ ਕੋਈ ਫਰਕ ਨਾ ਰਹਿ ਜਾਏ। ਇਹੀ ਤਾਂ ਮਨੁੱਖ ਦੇ ਪਿਆਰ ਦੀ ਪੀੜਾ ਹੈ ਕਿ ਅਸੀਂ ਕਹਿੰਦੇ ਹਾਂ ਤੁਸੀਂ ਇਹੋ ਜਿਹਾ ਕਰੋਗੇ ਤਾਂ ਮੈਂ ਪ੍ਰੇਮ ਕਰਾਂਗਾ, ਤੁਸੀਂ ਇਹੋ ਜਿਹੇ ਹੋਵੋਗੇ ਤਾਂ ਮੈਂ ਪ੍ਰੇਮ ਕਰਾਂਗਾ, ਮੇਰੀਆਂ ਸ਼ਰਤਾਂ ਪੂਰੀਆਂ ਕਰੋ ਤਾਂ ਮੈਂ ਪ੍ਰੇਮ ਕਰਾਂਗਾ, ਨਹੀਂ ਤਾਂ ਪ੍ਰੇਮ ਖਿੱਚ ਲਵਾਂਗਾ। ਪਿਤਾ ਪੁੱਤਰ ਨੂੰ ਹੀ ਕਹਿ ਰਿਹਾ ਹੈ, ਪਤਨੀ ਪਤੀ ਨੂੰ ਇਹੀ ਕਹਿ ਰਹੀ ਹੈ, ਮਿੱਤਰ ਮਿੱਤਰ ਨੂੰ ਇਹੀ ਕਹਿ ਰਿਹਾ ਹੈ ਕਿ ਤੁਸੀਂ ਅਜਿਹਾ ਕਰੋ। ਜੇਕਰ ਤੁਸੀਂ ਅਜਿਹਾ ਕੀਤਾ
ਤਾਂ ਮੈਨੂੰ ਚੰਗੇ ਲੱਗੋਗੇ। ਇਸ ਕਾਰਨ, ਇਸ ਪ੍ਰੇਮ ਦੇ ਅਨੁਭਵ ਦੇ ਕਾਰਨ ਤੁਸੀਂ ਇਹ ਨਾ ਸੋਚਣਾ ਕਿ ਨਾਨਕ ਇਹ ਕਹਿ ਰਹੇ ਹਨ। ਪਰਮਾਤਮਾ ਤੁਹਾਨੂੰ ਤਦ ਪ੍ਰੇਮ ਕਰੇਗਾ ਜਦ ਤੁਸੀਂ ਕੁਝ ਸ਼ਰਤਾਂ ਪੂਰੀਆਂ ਕਰੋਗੇ। ਨਹੀਂ, ਉਹਦਾ ਪਿਆਰ ਤਾਂ ਵਰ ਰਿਹਾ ਹੈ। ਸ਼ਰਤਾਂ ਪੂਰੀਆਂ ਕਰੋਗੇ ਤਾਂ ਤੁਸੀਂ ਸਿੱਧੇ ਘੜੇ ਵਾਂਗੂ ਹੋ ਜਾਓਗੇ। ਉਸ ਦਾ ਮੀਂਹ ਪੈ ਰਿਹਾ ਹੈ, ਭਰ ਜਾਓਗੇ। ਤੁਸੀਂ ਲਬਾ ਲਬ ਹੋ ਜਾਓਗੇ। ਤੁਸੀਂ ਭਰ ਕੇ ਵਗਣ ਲੱਗ ਪਾਓਗੇ। ਨਾ ਕੇਵਲ ਉਹਦਾ ਪਿਆਰ ਤੁਹਾਨੂੰ ਮਿਲੇਗਾ, ਤੁਹਾਡੇ ਤੋਂ ਹੋਰਾਂ ਨੂੰ ਵੀ ਮਿਲਣ ਲੱਗੇਗਾ। ਗੁਰੂ ਅਸੀਂ ਉਸੇ ਨੂੰ ਕਹਿੰਦੇ ਹਾਂ ਜਿਸ ਦਾ ਘੜਾ ਪਰਮਾਤਮਾ ਦੇ ਪ੍ਰੇਮ ਨਾਲ ਇੰਨਾ ਭਰ ਗਿਆ ਹੈ ਕਿ ਹੁਣ ਪਿਆਰ ਸਮਾਉਂਦਾ ਨਹੀਂ। ਉਹ ਹੋਰਾਂ ਦੇ ਘੜਿਆਂ ਉੱਤੇ ਵਗਣ ਲੱਗਾ ਹੈ। ਗੁਰੂ ਦਾ ਮਤਲਬ ਹੀ ਇੰਨਾ ਹੈ ਕਿ ਜਿਸ ਦੀ ਆਪਣੀ ਜ਼ਰੂਰਤ ਪੂਰੀ ਹੋ ਗਈ, ਜਿਸ ਦੀ ਚਾਹ ਮੁੱਕ ਗਈ, ਜਿਸ ਦੀ ਤ੍ਰਿਸ਼ਨਾ ਸ਼ਾਂਤ ਹੋ ਗਈ, ਜਿਸ ਦਾ ਘੜਾ ਇੰਨਾ ਭਰ ਗਿਆ ਕਿ ਹੁਣ ਉਹ ਦੇਣ 'ਚ ਸਮਰੱਥ ਹੈ। ਹੁਣ ਉਹ ਨਾ ਦੇਵੇ ਤਾਂ ਕੀ ਕਰੇ। ਜਿਵੇਂ ਬੱਦਲ ਜਦ ਭਰ ਜਾਏ ਪਾਣੀ ਨਾਲ ਤਾਂ ਵਰੇਗਾ, ਜਦ ਫੁੱਲ ਭਰ ਜਾਏ ਖੁਸ਼ਬੂ ਨਾਲ ਤਾਂ ਖੁਸ਼ਬੂ ਖਿਲਰੇਗੀ। ਇਵੇਂ ਹੀ ਜਦ ਤੁਹਾਡਾ ਘੜਾ ਉਸਦੇ ਪ੍ਰੇਮ ਨਾਲ ਭਰ ਜਾਏਗਾ ਤਾਂ ਤੁਹਾਡੇ ਚਾਰੋਂ ਪਾਸੇ ਵਗਣ ਲੱਗੇਗਾ ਤੇ ਉਸਦੇ ਮੀਂਹ ਦਾ ਤਾਂ ਕੋਈ ਅੰਤ ਨਹੀਂ। ਇੱਕ ਵਾਰ ਤੁਹਾਨੂੰ ਪਤਾ ਲੱਗ ਜਾਏ ਕਿ ਸਿੱਧੇ ਹੋਣ ਨਾਲ ਭਰਨਾ ਸ਼ੁਰੂ ਹੋ ਜਾਂਦਾ ਹੈ ਤਾਂ ਮੀਂਹ ਤਾਂ ਵਰਦਾ ਹੀ ਰਹਿੰਦਾ ਹੈ। ਤੁਸੀਂ ਕਿੰਨਾ ਹੀ ਉਲੀਚੋ, ਹਜ਼ਾਰਾਂ ਹੱਥਾਂ ਨਾਲ ਉਲੀਚੋ ਤਾਂ ਵੀ ਉਲੀਚ ਨਾ ਸਕੋਗੇ। ਤਾਂ ਇਹ ਖਿਆਲ ਰੱਖਣਾ ਕਿ ਨਾਨਕ ਜਦ ਇਹ ਕਹਿ ਰਹੇ ਹਨ ਤਾਂ ਉਹਨਾਂ ਦਾ ਮਤਲਬ ਤੁਹਾਡੇ ਨਾਲ ਹੈ। ਜੇਕਰ ਮੈਂ ਉਹਨੂੰ ਭਾ ਗਿਆ ਤਾਂ ਮੈਂ ਤੀਰਥਾਂ ਦਾ ਇਸ਼ਨਾਨ ਕਰ ਲਿਆ। ਉਹਨੂੰ ਤਾਂ ਤੁਸੀਂ ਭਾਏ ਹੀ ਹੋਏ ਹੋ, ਨਹੀਂ ਤਾਂ ਤੁਸੀਂ ਹੁੰਦੇ ਕਿਵੇਂ? ਜੇਕਰ ਉਹ ਇੱਕ ਪਲ ਲਈ ਵੀ ਨਾ ਚਾਹੁੰਦਾ ਤੁਹਾਡਾ ਹੋਣਾ ਤਾਂ ਤੁਸੀਂ ਲੋਪ ਹੋ ਜਾਂਦੇ। ਤੁਹਾਡੀ ਸਵਾਸ ਸਵਾਸ ਵਿੱਚ ਉਹੀ ਹੈ, ਤੁਹਾਡੀ ਹਰ ਧੜਕਣ ਵਿੱਚ ਉਹੀ ਹੈ। ਅਸਤਿਤਵ ਕੁਦਰਤ ਨੇ ਤੁਹਾਨੂੰ ਚਾਹਿਆ ਹੈ। ਅਸਤਿਤਵ ਨੇ ਤੁਹਾਨੂੰ ਪਿਆਰ ਕੀਤਾ ਹੈ। ਅਸਤਿਤਵ ਨੇ ਤੁਹਾਨੂੰ ਬਣਾਇਆ ਹੈ। ਤੁਸੀਂ ਕਿਹੋ ਜਿਹੇ ਹੋ ਉਹਦੀ ਫਿਕਰ ਨਹੀਂ ਹੈ। ਅਸਤਿਤਵ ਤੁਹਾਨੂੰ ਅਜੇ ਵੀ ਜੀਵਨ ਦੇ ਰਿਹਾ ਹੈ। ਉਸ ਨੂੰ ਤਾਂ ਤੁਸੀਂ ਭਾਏ ਹੀ ਹੋਏ ਹੋ, ਪਰ ਤੁਸੀਂ ਉਲਟੇ ਖਲੋਤੇ ਹੋ। ਤੁਸੀਂ ਪਿੱਠ ਕੀਤੀ ਹੋਈ ਹੈ। ਤੁਸੀਂ ਉਹਦੇ ਪ੍ਰੇਮ ਤੋਂ ਵੀ ਡਰੇ ਹੋਏ ਹੋ। ਤੁਸੀਂ ਉਸ ਤੋਂ ਭੱਜੇ ਹੋਏ ਹੋ। ਉਹ ਤੁਹਾਨੂੰ ਭਰਨਾ ਚਾਹੁੰਦਾ ਹੈ, ਤੁਸੀਂ ਬਚਣਾ ਚਾਹੁੰਦੇ ਹੋ। ਇਸ ਲਈ ਜਦ ਨਾਨਕ ਕਹਿੰਦੇ ਹਨ ਜੇਕਰ ਮੈਂ ਉਹਨੂੰ ਭਾ ਗਿਆ ਤਾਂ ਅਰਥ ਹੈ ਜਦ ਮੈਂ ਸਿੱਧਾ ਹੋਇਆ, ਸਾਹਮਣੇ ਹੋਇਆ, ਜਦ ਮੈਂ ਡਰ ਛੱਡਿਆ। ਡਰ ਦੇ ਕਾਰਨ ਹੀ ਤੁਸੀਂ ਆਪਣੇ ਘੜੇ ਨੂੰ ਪੁੱਠਾ ਕਰਕੇ ਬੈਠੇ ਹੋ ਕਿ ਕੁਝ ਗਲਤ ਨਾ ਭਰ ਜਾਏ। ਡਰ ਦੇ ਕਾਰਨ ਹੀ ਤੁਸੀਂ ਦਰਵਾਜ਼ੇ ਬੰਦ ਕੀਤੇ ਹੋਏ ਹਨ, ਕਿਤੇ ਕੋਈ ਚੋਰ ਦੁਸ਼ਮਣ ਅੰਦਰ ਨਾ ਆ ਜਾਏ। ਡਰ ਦੇ ਕਾਰਨ ਤੁਸੀਂ ਆਪਣੇ ਹਿਰਦੇ ਨੂੰ ਚਾਰੇ ਪਾਸਿਆਂ ਤੋਂ ਬੰਦ ਕਰ ਲਿਆ ਹੈ। ਪਰ ਜਦ ਤੁਸੀਂ ਦਰਵਾਜ਼ੇ ਬੰਦ ਕਰ ਲੈਂਦੇ ਹੋ ਤਾਂ ਡਾਕੂ ਨਹੀਂ ਆ ਸਕਦਾ, ਤਾਂ ਪ੍ਰੇਮੀ ਵੀ ਨਹੀਂ ਆ ਸਕਦਾ, ਕਿਉਂਕਿ ਦੁਆਰ ਤਾਂ ਉਹੀ ਹੈ ਜਿੱਥੋਂ ਦੀ ਚੋਰ ਆਉਂਦਾ ਹੈ, ਉੱਥੋਂ ਹੀ ਪ੍ਰੇਮੀ ਆਉਂਦਾ ਹੈ। ਤਾਂ ਇਹ ਹੋ ਸਕਦਾ ਹੈ ਤੁਸੀਂ ਇੰਤਜ਼ਾਮ ਕਰ ਲਿਆ ਹੋਵੇ ਚੋਰ ਦੇ ਨਾ ਆਉਣ ਦਾ, ਪਰ ਧਿਆਨ ਰੱਖਣਾ ਤੁਸੀਂ ਪ੍ਰੇਮੀ ਦੇ ਆਉਣ ਦਾ ਦੁਆਰ ਵੀ ਬੰਦ ਕੀਤਾ ਹੋਇਆ ਹੈ। ਹੋਰ ਇਹ ਜ਼ਿੰਦਗੀ ਕਿਹੜੇ ਕੰਮ ਦੀ ਜਿਸ ਦੇ ਵਿੱਚ ਪ੍ਰੇਮੀ ਨਾ ਆਇਆ, ਨਾ ਆਇਆ ਚੋਰ, ਤਾਂ ਵੀ ਕਿਸ ਕੰਮ ਦੀ? ਤੁਸੀਂ ਇੰਨੇ ਡਰੇ ਹੋਏ ਹੋ, ਇਸ ਲਈ ਤੁਸੀਂ ਆਪਣੇ ਆਪ ਨੂੰ ਪੁੱਠਾ ਕੀਤਾ ਹੋਇਆ ਹੈ। ਕੁਝ ਪ੍ਰਵੇਸ਼ ਨਾ ਕਰ ਜਾਏ। ਤੁਸੀਂ ਖਾਲੀ ਹੋ, ਫਿਰ ਤੁਸੀਂ ਰੋਂਦੇ ਹੋ ਕਿ ਮੈਂ ਖਾਲੀ ਹਾਂ, ਮੇਰੇ ਦੁਆਰ ਕੋਈ ਪ੍ਰਾਹੁਣਾ ਨਹੀਂ ਆਉਂਦਾ, ਕਿ ਕੋਈ ਮੇਰੇ ਦੁਆਰ ਉੱਤੇ ਦਸਤਕ ਨਹੀਂ ਦਿੰਦਾ। ਤੁਹਾਡੇ ਡਰ ਨੇ ਤੁਹਾਨੂੰ ਪਰਮਾਤਮਾ ਤੋਂ ਬੇਮੁਖ ਕਰ ਰੱਖਿਆ ਹੈ। ਅਤੇ ਮਜ਼ਾ ਇਹ ਹੈ ਕਿ ਤੁਹਾਡਾ ਸਾਰਾ ਧਰਮ ਤੁਹਾਡੇ ਡਰ ਦਾ ਪਸਾਰਾ ਹੈ। ਤੁਹਾਡੇ ਸਭ ਤਥਾ ਕਥਿਤ ਭਗਵਾਨ ਤੁਹਾਡੇ ਡਰ ਦੀਆਂ ਹੀ ਧਾਰਨਾਵਾਂ ਹਨ। ਤੁਸੀਂ ਡਰ ਦੇ ਕਾਰਨ ਉਹਨਾਂ ਨੂੰ ਸਵੀਕਾਰ ਕੀਤਾ ਹੋਇਆ। ਤੁਸੀਂ ਡਰਦੇ ਹੋ, ਤੁਸੀਂ ਸ਼ੱਕ ਕਰਨ ਵਿੱਚ ਵੀ ਡਰਦੇ ਹੋ, ਇਸੇ ਲਈ ਸ਼ੱਕ ਨਹੀਂ ਕਰਦੇ ਹੋ। ਸ਼ਰਧਾ ਤੁਹਾਡੇ ਵਿੱਚ ਜਨਮੀ ਨਹੀਂ ਹੈ। ਸ਼ੱਕ ਕਰਨ ਦੇ ਡਰ ਦੇ ਕਾਰਨ ਜੇਕਰ ਤੁਸੀਂ ਸ਼ਰਧਾਵਾਨ ਬਣੇ ਹੋ
ਤਾਂ ਤੁਹਾਡੀ ਸ਼ਰਧਾ ਉੱਪਰ ਹੈ। ਉਸ ਅਥਾਹ ਡੂੰਘਾਈ ਨਾਲ ਤੁਹਾਡਾ ਕਿਵੇਂ ਮੇਲ ਹੋਏਗਾ। ਤੇ ਸ਼ਰਧਾ ਉੱਪਰੀ ਹੋਵੇ ਤਾਂ ਅੰਦਰ ਸ਼ੱਕ ਲੁਕਿਆ ਹੀ ਹੈ। ਮੁੱਲਾ ਨਸਰੁਦੀਨ ਇੱਕ ਚੁਣਾਵ 'ਚ ਖੜਾ ਹੋਇਆ। ਉਹਨੂੰ ਕੁੱਲ 3 ਹੀ ਵੋਟ ਮਿਲੇ। ਇੱਕ ਉਹਦਾ ਹੀ ਆਪਣਾ, ਇੱਕ ਉਹਦੀ ਪਤਨੀ ਦਾ ਤੇ ਇੱਕ ਕਿਸੇ ਅਣਜਾਣ ਆਦਮੀ ਦਾ। ਪਤਨੀ ਬੋਲੀ ਤਾਂ ਸ਼ੱਕ ਸੱਚ ਨਿਕਲਿਆ। ਛੇਤੀ ਦੱਸੋ ਇਹ ਦੂਜੀ ਇਸਤਰੀ ਕੌਣ ਹੈ। ਤੁਹਾਡੇ ਅੰਦਰ ਜੋ ਪਿਆ ਹੈ ਉਹ ਕਿਤੇ ਵੀ ਬਹਾਨਾ ਲੱਭ ਲਏਗਾ। ਤੁਸੀਂ ਅੰਦਰੋਂ ਜੇਕਰ ਸ਼ੱਕ ਨਾਲ ਭਰੇ ਹੋ ਤਾਂ ਉੱਪਰਲੀ ਸ਼ਰਧਾ, ਉੱਪਰਲਾ ਪ੍ਰੇਮ ਕਿਤੇ ਵੀ ਟੁੱਟ ਜਾਏਗਾ। ਕਿੰਨੀ ਦੇਰ ਲੱਗੇਗੀ? ਜ਼ਰਾ ਜਿੰਨੀ ਕੋਈ ਘਟਨਾ ਤੇ ਤੁਹਾਡਾ ਰੱਬ ਉੱਤੇ ਸ਼ੱਕ ਹੋ ਜਾਂਦਾ ਹੈ। ਤੁਹਾਡੇ ਪੈਰ 'ਚ ਕੰਡਾ ਚੁੱਭ ਜਾਏ, ਸ਼ੱਕ ਹੋ ਜਾਂਦਾ ਹੈ। ਸਿਰ 'ਚ ਦਰਦ ਹੋ ਜਾਏ, ਸ਼ੱਕ ਹੋ ਜਾਂਦਾ ਹੈ। ਨੌਕਰੀ ਛੁੱਟ ਜਾਏ, ਸ਼ੱਕ ਹੋ ਜਾਂਦਾ ਹੈ। ਸ਼ੱਕ ਲੁਕਿਆ ਹੀ ਪਿਆ, ਫੁੱਟ ਪੈਂਦਾ ਹੈ ਪੀਕ ਵਾਂਗ। ਜ਼ਰਾ ਕੁ ਸੱਟ ਲੱਗੀ ਕਿ ਪੀਕ ਬਾਹਰ ਆ ਜਾਂਦੀ ਹੈ। ਇਸ ਪੀਕ ਨੂੰ ਤੁਸੀਂ ਕਿੰਨੀ ਹੀ ਸ਼ਰਧਾ ਦੀ ਮੱਲਮ ਲਾ ਕੇ ਲੁਕਾਓ, ਕੁਝ ਹੱਲ ਨਹੀਂ ਹੋਏਗਾ। ਕਿਸ ਨੂੰ ਤੁਸੀਂ ਧੋਖਾ ਦੇ ਰਹੇ ਹੋ? ਕੌਣ ਤੁਹਾਡੇ ਧੋਖੇ 'ਚ ਆ ਰਿਹਾ ਹੈ? ਤੁਸੀਂ ਆਪ ਵੀ ਆਪਣੇ ਧੋਖੇ 'ਚ ਨਹੀਂ ਆ ਰਹੇ ਤਾਂ ਦੂਜਾ ਤਾਂ ਕੋਈ ਕੀ ਆਏਗਾ। ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਤੁਹਾਡੀ ਸ਼ਰਧਾ ਡਰ ਦੇ ਕਾਰਨ ਹੈ, ਅੰਦਰ ਸ਼ੱਕ ਭਰਿਆ ਹੈ। ਤਾਂ ਤੁਸੀਂ ਜਾਓ, ਤੀਰਥਾਂ 'ਤੇ ਇਸ਼ਨਾਨ ਕਰੋ, ਜਾਓ ਮੰਦਰਾਂ 'ਚ, ਗੁਰਦੁਆਰਿਆਂ 'ਚ, ਗਿਰਜਿਆਂ 'ਚ ਪੂਜਾ ਪ੍ਰਾਰਥਨਾ ਕਰੋ। ਸਭ ਬੇਕਾਰ ਹੈ, ਕਿਉਂਕਿ ਜਦ ਤੱਕ ਤੁਹਾਡੇ ਹਿਰਦੇ ਵਿੱਚੋਂ ਸ਼ਰਧਾ ਦਾ ਸੁਰ ਨਾ ਉੱਠੇ ਤਦ ਤੱਕ ਤੁਸੀਂ ਉਹਨੂੰ ਪੁਕਾਰਿਆ ਹੀ ਨਹੀਂ। ਤੇ ਜਦ ਤੁਸੀਂ ਡਰ ਨਾਲ ਜਾਓਗੇ ਤੁਸੀਂ ਜ਼ਰੂਰ ਕੁਝ ਮੰਗੋਗੇ, ਕਿਉਂਕਿ ਡਰ ਹਮੇਸ਼ਾ ਮੰਗਦਾ ਹੈ ਤੇ ਜੋ ਮੰਗਦਾ ਹੈ ਉਹ ਮਿਲ ਜਾਏ ਤਾਂ ਸੰਤੋਖ ਹੁੰਦਾ ਹੈ, ਨਾ ਮਿਲੇ ਤਾਂ ਸ਼ੱਕ ਡੂੰਘਾ ਹੁੰਦਾ ਹੈ। ਤੁਸੀਂ ਸਦਾ ਮੰਗਦੇ ਹੋ। ਸ਼ਰਧਾ ਸਿਰਫ ਧੰਨਵਾਦ ਦੇਣਾ ਹੈ ਕਿ ਤੂੰ ਪਹਿਲਾਂ ਹੀ ਬਥੇਰਾ ਦਿੱਤਾ ਹੈ, ਤੂੰ ਹੈਸੀਅਤ ਨਾਲੋਂ ਪਹਿਲਾਂ ਹੀ ਬਹੁਤਾ ਦਿੱਤਾ ਹੈ। ਤੇਰੀ ਕਿਰਪਾ ਹੈ, ਤੇਰੀ ਅਨੁਕੰਪਾ ਹੈ। ਸ਼ਰਧਾਵਾਨ ਸਦਾ ਧੰਨਵਾਦ ਨਾਲ ਭਰਿਆ ਰਹੇਗਾ ਤੇ ਜਿੱਥੇ ਧੰਨਵਾਦ ਹੈ ਉੱਥੇ ਸ਼ੱਕ ਖਤਮ ਹੋ ਜਾਂਦਾ ਹੈ। ਜਿੱਥੇ ਮੰਗ ਹੈ ਉੱਥੇ ਸ਼ੱਕ ਮੌਕਾ ਲੱਭ ਰਿਹਾ ਹੈ। ਤੁਸੀਂ ਮੰਗਦੇ ਹੋ, ਪੂਰਾ ਹੋ ਜਾਏ ਤਾਂ ਸ਼ੱਕ ਨੂੰ ਲੁਕਾਈ ਰੱਖੋਗੇ, ਨਾ ਪੂਰਾ ਹੋਵੇ ਤਾਂ ਸ਼ੱਕ ਬਾਹਰ ਆ ਜਾਏਗਾ। ਮੰਗ ਸ਼ਾਇਦ ਇਮਤਿਹਾਨ ਹੈ। ਜੀਸਸ ਦੇ ਜੀਵਨ 'ਚ ਉਲੇਖ ਹੈ ਕਿ ਜਦੋਂ 40 ਦਿਨਾਂ ਦੀ ਆਪਣੀ ਡੂੰਘੀ ਸਾਧਨਾ 'ਚ ਗਏ ਤਾਂ ਸ਼ੈਤਾਨ ਉਹਨਾਂ ਦੇ ਕੋਲ ਆਇਆ ਤੇ ਉਹਨੇ ਕਿਹਾ ਕਿ ਸ਼ਾਸਤਰਾਂ 'ਚ ਲਿਖਿਆ ਹੈ ਕਿ ਜਦ ਤੀਰਥੰਕਰ ਪੈਗੰਬਰ ਪੈਦਾ ਹੁੰਦੇ ਹਨ ਤਾਂ ਪਰਮਾਤਮਾ ਉਹਨਾਂ ਦੀ ਸੁਰੱਖਿਆ ਕਰਦਾ ਹੈ। ਤਾਂ ਤੁਸੀਂ ਛਾਲ ਮਾਰੋ ਇਸ ਪਹਾੜ ਤੋਂ। ਜੇਕਰ ਤੁਸੀਂ ਸੱਚਮੁੱਚ ਹੀ ਪੈਗੰਬਰ ਹੋ ਤਾਂ ਉਹਦੇ ਦੇਵਦੂਤ ਤੁਹਾਨੂੰ ਹੱਥ ਪਸਾਰ ਕੇ ਹੇਠਾਂ ਸੰਭਾਲਣ ਲਈ ਮਿਲਣਗੇ। ਜੀਸਸ ਨੇ ਕਿਹਾ ਉਹ ਤਾਂ ਠੀਕ ਹੈ, ਪਰ ਸ਼ਾਸਤਰਾਂ ਵਿੱਚ ਇਹ ਵੀ ਲਿਖਿਆ ਹੈ ਕਿ ਉਸ ਦਾ ਇਮਤਿਹਾਨ ਸਿਰਫ ਉਹੀ ਲੈਂਦੇ ਹਨ ਜਿਹੜੇ ਸ਼ੱਕ ਨਾਲ ਭਰੇ ਹਨ। ਮੈਨੂੰ ਕੋਈ ਸ਼ੱਕ ਨਹੀਂ ਹੈ। ਦੇਵਦੂਤ ਜ਼ਰੂਰ ਹੇਠਾਂ ਖਲੋਤੇ ਮਿਲਣਗੇ, ਪਰ ਮੈਂ ਉਹਦਾ ਇਮਤਿਹਾਨ ਕਿਵੇਂ ਲਵਾਂ? ਕਿਉਂਕਿ ਇਮਤਿਹਾਨ ਤਾਂ ਸ਼ੱਕ ਨਾਲ ਭਰੇ ਹੋਏ ਲੋਕ ਹੀ ਲੈਂਦੇ ਹਨ। ਤੁਸੀਂ ਠੀਕ ਕਹਿੰਦੇ ਹੋ, ਦੇਵਦੂਤ ਜ਼ਰੂਰ ਖਲੋਤੇ ਹੀ ਹਨ, ਪਰ ਇਮਤਿਹਾਨ ਲੈਣ ਦਾ ਮਤਲਬ ਹੀ ਕੀ ਹੁੰਦਾ ਹੈ? ਕਿ ਮੈਨੂੰ ਕੁਝ ਸ਼ੱਕ ਹੈ ਕਿ ਪਤਾ ਨਹੀਂ ਖਲੋਤੇ ਹਨ ਜਾਂ ਨਹੀਂ, ਤੇ ਪਤਾ ਨਹੀਂ ਉਹ ਬਚਾਉਂਦਾ ਵੀ ਹੈ ਕਿ ਨਹੀਂ, ਪਤਾ ਨਹੀਂ ਕਿ ਮੈਂ ਉਹਦਾ ਪੈਗੰਬਰ ਵੀ ਹਾਂ ਜਾਂ ਨਹੀਂ। ਜਿੱਥੇ ਸ਼ੱਕ ਹੈ ਉੱਥੇ ਇਮਤਿਹਾਨ ਹੈ। ਜਿੱਥੇ ਸ਼ੱਕ ਹੈ ਉੱਥੇ ਜਾਂਚ ਪੜਤਾਲ ਹੈ। ਜਿੱਥੇ ਸ਼ੱਕ ਹੈ ਉੱਥੇ ਤੁਸੀਂ ਮੰਗ ਖੜੀ ਕਰਦੇ ਹੋ। ਮੰਗ ਤੁਹਾਡੇ ਇਮਤਿਹਾਨ ਦਾ ਉਪਾਅ ਹੈ ਕਿ ਕਰ ਦਿਓ ਇਹ ਪੂਰਾ। ਜੇਕਰ ਪੂਰਾ ਹੋ ਜਾਏ ਤਾਂ ਤੂੰ ਹੈ, ਜੇਕਰ ਪੂਰਾ ਨਾ ਹੋਵੇ ਤਾਂ ਤੂੰ ਨਹੀਂ ਹੈ। ਸ਼ਰਧਾਵਾਨ ਮਨੁੱਖ ਪਰਮਾਤਮਾ ਦਾ ਕੋਈ ਇਮਤਿਹਾਨ ਨਹੀਂ ਲੈਂਦਾ। ਸ਼ਰਧਾਵਾਨ ਤਾਂ ਧੰਨਵਾਦੀ ਹੁੰਦਾ ਹੈ, ਉਹ ਮੰਗ ਨਹੀਂ ਕਰਦਾ। ਤੇ ਜਿਸ ਦਿਨ ਤੁਸੀਂ ਮੰਗ ਕਰਨੀ ਛੱਡ ਦਿਓਗੇ ਤੁਹਾਡਾ ਡਰ ਸਮਾਪਤ ਹੋਣ ਲੱਗੇਗਾ। ਜਿਵੇਂ ਜਿਵੇਂ ਤੁਸੀਂ ਧੰਨਵਾਦ ਨਾਲ ਭਰੋਗੇ ਮੰਗ ਮੁੱਕੇਗੀ, ਤਿਵੇਂ ਤਿਵੇਂ ਤੁਸੀਂ ਪਾਓਗੇ
ਕਿ ਤੁਹਾਡਾ ਮੂੰਹ ਪਰਮਾਤਮਾ ਦੇ ਵੱਲ ਹੋਣ ਲੱਗਾ। ਘੜਾ ਸਿੱਧਾ ਹੋ ਗਿਆ। ਹੋਰ ਜਿਵੇਂ ਜਿਵੇਂ ਤੁਸੀਂ ਸਿੱਧੇ ਹੋਵੋਗੇ, ਥੋੜ੍ਹੀਆਂ ਥੋੜ੍ਹੀਆਂ ਉਹਦੇ ਅੰਮ੍ਰਿਤ ਦੇ ਮੀਂਹ ਦੀਆਂ ਬੂੰਦਾਂ ਤੁਹਾਡੇ ਅੰਦਰ ਪੈਣਗੀਆਂ। ਤੁਹਾਡਾ ਡਰ ਮਿਟ ਜਾਏਗਾ ਤਾਂ ਤੁਸੀਂ ਪਾਓਗੇ ਕਿ ਉਹ ਵਰ ਰਿਹਾ ਹੈ। ਮੈਂ ਬੇਕਾਰ ਡਰਿਆ ਸੀ, ਤਾਂ ਤੁਸੀਂ ਦਰਵਾਜ਼ੇ ਖੁੱਲ੍ਹੇ ਛੱਡ ਦਿਓਗੇ, ਕਿਉਂਕਿ ਉਹੀ ਆਉਂਦਾ ਹੈ। ਮੈਂ ਬੇਕਾਰ ਹੀ ਡਰਿਆ ਸੀ। ਚੋਰ ਵਿੱਚ ਵੀ ਉਹੀ ਆਉਂਦਾ ਹੈ, ਬੇਈਮਾਨ ਵਿੱਚ ਵੀ ਉਹੀ ਆਉਂਦਾ ਹੈ। ਅਤੇ ਜਦ ਤੱਕ ਤੁਸੀਂ ਸਾਰਿਆਂ ਵਿੱਚ ਉਹਨੂੰ ਵੇਖ ਨਾ ਲਓਗੇ, ਤਦ ਤੱਕ ਤੁਸੀਂ ਉਹਨੂੰ ਵੇਖ ਹੀ ਨਹੀਂ ਸਕੋਗੇ। ਨਾਨਕ ਕਹਿੰਦੇ ਹਨ, ਜੇ ਮੈਂ ਉਹਨੂੰ ਭਾ ਗਿਆ ਤਦ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਲਿਆ। ਤੀਰਥ ਨਾਵਾ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਈ ਕਰੇ। ਅਤੇ ਜੇ ਉਹਨੂੰ ਨਾ ਪਾਇਆ ਤਾਂ ਨਹਾ ਧੋ ਕੇ ਵੀ ਕੀ ਕਰਾਂਗਾ? ਨਹੀਂ, ਉਹਨੂੰ ਪਾਇਆ ਤਾਂ ਨਹਾ ਧੋ ਕੇ ਤਿਆਰੀ ਵੀ ਕਿਹਦੇ ਲਈ ਕਰਨੀ ਹੈ? ਉਹਨੂੰ ਨਹੀਂ ਪਾਇਆ ਤਾਂ ਮੇਰਾ ਨਹਾਉਣਾ ਧੋਣਾ ਵੀ ਮੇਰਾ ਹੰਕਾਰ ਮਜ਼ਬੂਤ ਕਰੇਗਾ। ਤੀਰਥ ਯਾਤਰੀ ਨੂੰ ਵੇਖੋ, ਉਸ ਵਿੱਚ ਕੋਈ ਹਾਜੀ ਹੈ, ਹੋ ਕੇ ਮੁੜਦਾ ਹੈ, ਤਦ ਉਹਨੂੰ ਵੇਖੋ, ਤਦ ਇੱਕ ਆਕੜ ਲੈ ਕੇ ਮੁੜਦਾ ਹੈ। ਸਹਿਜ ਹੋ ਕੇ ਮੁੜਨਾ ਚਾਹੀਦਾ ਸੀ। ਹੱਜ ਜੇਕਰ ਸੱਚ ਵਿੱਚ ਹੀ ਹੋਇਆ ਤਾਂ ਤੀਰਥ ਯਾਤਰਾ ਹੋ ਗਈ, ਤਦ ਆਦਮੀ ਬਦਲ ਕੇ ਮੁੜੇਗਾ। ਹੰਕਾਰ ਉੱਥੇ ਹੀ ਛੱਡ ਕੇ ਮੁੜੇਗਾ, ਪਰ ਉੱਥੋਂ ਆਕੜ ਕੇ ਆਉਂਦਾ ਹੈ। ਤੀਰਥ ਯਾਤਰੀ ਜਦ ਮੁੜਦਾ ਹੈ ਤਾਂ ਆਸ ਰੱਖਦਾ ਹੈ ਸਵਾਗਤ ਸਤਿਕਾਰ ਦੀ। ਲੋਕ ਪੈਰੀ ਪੈਣਗੇ ਅਤੇ ਕਹਿਣਗੇ ਕਿ ਗਜ਼ਬ ਕੀਤਾ, ਤੀਰਥ ਹੋ ਆਏ, ਬੜਾ ਪੁੰਨ ਕੀਤਾ। ਪੁੰਨ ਨਾਲ ਹੀ ਤੁਸੀਂ ਹੰਕਾਰ ਨੂੰ ਭਰਨਾ ਚਾਹੁੰਦੇ ਹੋ। ਤੁਸੀਂ ਵਰਤ ਵੀ ਕਰਦੇ ਹੋ ਤਾਂ ਜਲੂਸ ਦੀ ਉਮੀਦ ਰੱਖਦੇ ਹੋ। ਲੋਕ ਬੈਂਡ ਵਾਜੇ ਵਜਾਉਣ, ਪਿੰਡ ਪਿੰਡ ਖਬਰ ਹੋ ਜਾਏ ਕਿ ਤੁਸੀਂ ਕਿੰਨੇ ਵਰਤ ਰੱਖੇ। ਉੱਥੇ ਵੀ ਤੁਸੀਂ ਹੰਕਾਰ ਨੂੰ ਹੀ ਲੱਭ ਰਹੇ ਹੋ। ਹੋਰ ਜਿੰਨਾ ਹੰਕਾਰ ਮਜ਼ਬੂਤ ਹੁੰਦਾ ਹੈ, ਓਨਾ ਹੀ ਤੁਸੀਂ ਦੂਰ ਹੋ ਜਾਓਗੇ। ਤੁਸੀਂ ਜਿੰਨੇ ਬਹੁਤੇ ਓਨੇ ਦੂਰ। ਇਸ ਹਿਸਾਬ ਨੂੰ ਠੀਕ ਤਰ੍ਹਾਂ ਖਿਆਲ 'ਚ ਰੱਖ ਲੈਣਾ। ਤੁਸੀਂ ਜਿੰਨੇ ਘੱਟ ਓਨੇ ਸਾਹਮਣੇ। ਤੁਸੀਂ ਬਿਲਕੁਲ ਨਹੀਂ, ਉਹੀ ਤੁਹਾਡੇ ਦਰਵਾਜ਼ੇ 'ਤੇ ਖਲੋਤਾ ਹੈ। ਤਦ ਚੋਰ ਵੀ ਆਏ ਤਾਂ ਉਹੀ ਆਉਂਦਾ ਹੈ। ਤਦ ਡਰ ਕਿਸੇ ਦਾ ਵੀ ਨਹੀਂ ਰਹਿ ਜਾਂਦਾ, ਕਿਉਂਕਿ ਉਹੀ ਹੈ। ਜੇਕਰ ਮੈਂ ਉਹਨੂੰ ਚੰਗਾ ਲੱਗਿਆ ਤਾਂ ਮੈਂ ਤੀਰਥਾਂ 'ਤੇ ਇਸ਼ਨਾਨ ਕਰ ਲਿਆ, ਅਤੇ ਜੇਕਰ ਨਾ ਚੰਗਾ ਲੱਗਿਆ ਤਾਂ ਨਹਾ ਧੋ ਕੇ ਵੀ ਕੀ ਕਰਾਂਗਾ? ਉਹਨੇ ਜਿੰਨੀ ਵੀ ਸ੍ਰਿਸ਼ਟੀ ਬਣਾਈ ਅਤੇ ਜੋ ਵੀ ਨਜ਼ਾਰੇ ਹਨ, ਉਹਨਾਂ 'ਚ ਕਰਮ ਤੋਂ ਬਿਨਾਂ ਕਿਸੇ ਨੂੰ ਕੀ ਮਿਲਿਆ? ਇਸ ਸ੍ਰਿਸ਼ਟੀ 'ਚ ਤਾਂ ਜੋ ਵੀ ਮਿਲਦਾ ਹੈ ਉਹ ਕਰਮ ਨਾਲ ਮਿਲਦਾ ਹੈ, ਅਤੇ ਇਸੇ ਕਰਕੇ ਬਹੁਤ ਭੁਲੇਖੇ ਹੋ ਜਾਂਦੇ ਹਨ। ਭਰਮ ਇਹ ਹੋ ਜਾਂਦਾ ਹੈ ਕਿ ਜਿਵੇਂ ਇਸ ਸ੍ਰਿਸ਼ਟੀ 'ਚ ਸਭ ਕੁਝ ਕਰਮ ਨਾਲ ਮਿਲਦਾ ਹੈ, ਇਵੇਂ ਪਰਮਾਤਮਾ ਨੂੰ ਪਾਉਣਾ ਹੋਵੇ ਤਾਂ ਕੁਝ ਕਰਮ ਕਰਨਾ ਹੋਏਗਾ, ਤਦ ਮਿਲੇਗਾ। ਇਹਨੂੰ ਥੋੜ੍ਹਾ ਸਮਝੋ। ਜਗਤ 'ਚ ਸਾਰੀਆਂ ਚੀਜ਼ਾਂ ਕਰਮ ਨਾਲ ਮਿਲਦੀਆਂ ਹਨ। ਪ੍ਰੇਮ ਕਰਮ ਨਾਲ ਨਹੀਂ ਮਿਲਦਾ, ਪ੍ਰਾਰਥਨਾ ਕਰਮ ਨਾਲ ਨਹੀਂ ਮਿਲਦੀ, ਆਰਾਧਨਾ ਕਰਮ ਨਾਲ ਨਹੀਂ ਮਿਲਦੀ, ਸ਼ਰਧਾ ਕਰਮ ਨਾਲ ਨਹੀਂ ਮਿਲਦੀ, ਪਰਮਾਤਮਾ ਦੀ ਨੇੜਤਾ ਕਰਮ ਨਾਲ ਨਹੀਂ ਮਿਲਦੀ। ਕਿਉਂ? ਕਿਉਂਕਿ ਕਰਮ ਨਾਲ ਤਾਂ ਕਰਤਾ ਹੀ ਮਜ਼ਬੂਤ ਹੁੰਦਾ ਹੈ। ਧਨ ਕਮਾਉਣਾ ਹੋਵੇ, ਬੈਠਿਆਂ ਬਿਠਾਇਆਂ ਨਹੀਂ ਮਿਲੇਗਾ। ਧਨ ਕਮਾਉਣਾ ਹੋਵੇ ਤਾਂ ਕਰਮ ਕਰਨਾ ਪੈਂਦਾ ਹੈ। ਜਸ ਕਮਾਉਣਾ ਹੋਵੇ ਤਾਂ ਬੈਠੇ ਬੈਠੇ ਨਹੀਂ ਮਿਲੇਗਾ, ਕਰਮ ਕਰਨਾ ਪਏਗਾ। ਨੱਠ ਭੱਜ ਕਰਨੀ ਪਏਗੀ, ਆਪਾ ਧਾਪੀ ਕਰਨੀ ਪਏਗੀ, ਚਿੰਤਿਤ ਪਰੇਸ਼ਾਨ ਹੋਣਾ ਪਏਗਾ। ਇਸ ਸੰਸਾਰ 'ਚ ਕੁਝ ਵੀ ਪਾਉਣਾ ਹੋਵੇ ਤਾਂ ਮਿਹਨਤ ਹੀ ਰਸਤਾ ਹੈ। ਤਾਂ ਇਸ ਤੋਂ ਸਾਨੂੰ ਖਿਆਲ ਆਉਂਦਾ ਹੈ, ਜਦ ਤੁੱਛ ਨੂੰ ਪਾਉਣ ਲਈ ਇੰਨੀ ਮਿਹਨਤ ਕਰਨੀ ਪੈਂਦੀ ਹੈ, ਤਾਂ ਵਿਰਾਟ ਨੂੰ ਪਾਉਣ 'ਚ ਹੋਰ ਕਈ ਗੁਣਾ ਬਹੁਤੀ ਮਿਹਨਤ ਕਰਨੀ ਪਏਗੀ। ਉੱਥੇ ਹੀ ਸਾਡਾ ਹਿਸਾਬ ਗਲਤ ਹੋ ਜਾਂਦਾ ਹੈ। ਇਸ ਜਗਤ ਵਿੱਚ ਜੋ ਨਿਯਮ ਹੈ, ਉਸ ਜਗਤ ਵਿੱਚ ਠੀਕ ਉਸ ਤੋਂ ਉਲਟੀ ਯਾਤਰਾ ਹੈ। ਇਸ ਜਗਤ 'ਚ ਕੁਝ ਵੀ ਪਾਉਣਾ ਹੈ ਤਾਂ ਪਰਮਾਤਮਾ ਦੇ ਵੱਲ ਪਿੱਠ ਕਰਨੀ ਪੈਂਦੀ ਹੈ, ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਇਹਨੂੰ ਥੋੜ੍ਹਾ ਸਮਝੋ। ਜਿੰਨਾ ਉਹਦਾ ਸਹਾਰਾ ਅਸੀਂ ਛੱਡਦੇ ਹਾਂ, ਓਨੀ ਸਾਨੂੰ ਮਿਹਨਤ ਕਰਨੀ ਪੈਂਦੀ ਹੈ, ਕਿਉਂਕਿ ਸਾਨੂੰ ਹੀ ਕਰਨਾ ਪੈਂਦਾ। ਜੋ ਉਹ ਕਰ ਦਿੰਦਾ ਤਾਂ ਫਿਰ ਉਹਦੀ ਮਿਹਨਤ ਦੀ ਪੂਰਤੀ ਸਾਨੂੰ ਆਪਣੀ ਹੀ ਮਿਹਨਤ ਤੇ ਪਸੀਨੇ ਨਾਲ ਕਰਨੀ ਪੈਂਦੀ ਹੈ। ਇਸ ਸੰਸਾਰ 'ਚ ਜਾਣ ਦਾ ਅਰਥ ਹੈ ਉਹਦੇ ਵੱਲ ਪਿੱਠ,
ਉਹਦਾ ਸਹਾਰਾ ਘੱਟ, ਉਹਦੇ ਅੰਮ੍ਰਿਤ ਦੀ ਧਾਰ ਨਹੀਂ ਵਗਦੀ। ਵਗਦੀ ਤਾਂ ਰਹਿੰਦੀ ਹੈ, ਅਸੀਂ ਉਹਨੂੰ ਨਹੀਂ ਪ੍ਰਾਪਤ ਕਰਦੇ। ਸਾਡੇ ਬੂਹੇ ਬੰਦ ਹੁੰਦੇ ਹਨ। ਅਸੀਂ ਆਪਣੇ ਤੱਕ ਹੀ ਜੀਣਾ ਚਾਹੁੰਦੇ ਹਾਂ। ਅਸੀਂ ਆਤਮ ਨਿਰਭਰ ਹੋਣਾ ਚਾਹੁੰਦੇ ਹਾਂ। ਇਸ ਲਈ ਤਾਂ ਨਾਨਕ ਕਹਿੰਦੇ ਹਨ ਬਾਰ-ਬਾਰ ਕਿ ਉਹ ਸਾਹਿਬ ਹੈ ਤੇ ਮੈਂ ਦਾਸ। ਆਤਮ ਨਿਰਭਰ ਹੋਣ ਦੀ ਕੋਸ਼ਿਸ਼ ਹੀ ਹੰਕਾਰ ਦੀ ਕੋਸ਼ਿਸ਼ ਹੈ। ਤਾਂ ਜਿੰਨਾ ਅਸੀਂ ਆਤਮ ਨਿਰਭਰ ਹੋਣਾ ਚਾਹੁੰਦੇ ਹਾਂ, ਜਿੰਨਾ ਅਸੀਂ ਚਾਹੁੰਦੇ ਹਾਂ ਮੈਂ ਕਰ ਲਵਾਂਗਾ, ਓਨਾ ਹੀ ਅਸੀਂ ਉਹਦੀ ਸ਼ਕਤੀ ਦਾ ਸਹਾਰਾ ਨਹੀਂ ਲੈ ਰਹੇ ਹਾਂ। ਇਵੇਂ ਸਮਝੋ ਕਿ ਕੋਈ ਆਦਮੀ ਹਵਾ ਦੇ ਰੁੱਖ ਨਾਲੋਂ ਉਲਟ ਚੱਪੂਆਂ ਨਾਲ ਬੇੜੀ ਨੂੰ ਚਲਾ ਰਿਹਾ ਹੈ। ਨਾਨਕ ਨੇ ਉਸ ਦਾ ਹੀ ਗੁਰ ਦਿੱਤਾ ਹੈ ਕਿ ਚੱਪੂਆਂ ਨਾਲ ਬੇੜੀ ਚਲਾਉਣ ਦੀ ਜ਼ਰੂਰਤ ਨਹੀਂ ਹੈ ਤੇ ਨਾ ਹੀ ਉਲਟੇ ਜਾਣ ਦੀ। ਜਿਸ ਪਾਸੇ ਉਸ ਦੀਆਂ ਹਵਾਵਾਂ ਲੈ ਜਾਣ, ਉਹਨਾਂ ਹੀ ਹਵਾਵਾਂ ਦੇ ਸਹਾਰੇ ਆਪਣੀ ਬੇੜੀ ਦੇ ਪਾਲ ਨੂੰ ਛੱਡ ਦਿਓ। ਰਾਮ ਕ੍ਰਿਸ਼ਨ ਕਹਿੰਦੇ ਹਨ ਕਿ ਤੁਸੀਂ ਚੱਪੂ ਹੀ ਕਿਉਂ ਚਲਾਉਂਦੇ ਹੋ? ਤੁਸੀਂ ਹਵਾ ਦੇ ਰੁੱਖ ਨਾਲ ਕਿਉਂ ਨਹੀਂ ਤਰਦੇ? ਖੋਲ ਦਿਓ ਪਾਲ ਤੇ ਆਰਾਮ ਕਰੋ। ਹਵਾਵਾਂ ਆਪੇ ਲੈ ਜਾਂਦੀਆਂ ਹਨ। ਹਵਾਵਾਂ ਉਸ ਕੰਢੇ ਵੱਲ ਵੀ ਆਪੇ ਲੈ ਜਾਂਦੀਆਂ ਹਨ। ਠੀਕ ਵਕਤ ਤੇ ਠੀਕ ਹਵਾਵਾਂ ਦੇ ਰੁੱਖ ਦਾ ਧਿਆਨ ਰੱਖਣਾ ਜ਼ਰੂਰੀ ਹੈ। ਬਸ ਕੋਈ ਹੋਰ ਮਿਹਨਤ ਕਰਨ ਦੀ ਜ਼ਰੂਰਤ ਨਹੀਂ ਹੈ। ਜਦ ਹਵਾਵਾਂ ਦੂਜੇ ਕੰਢੇ ਵੱਲ ਜਾ ਰਹੀਆਂ ਹੋਣ ਤਾਂ ਬੇੜੀ ਨੂੰ ਛੱਡ ਦਿਓ। ਜਦ ਹਵਾਵਾਂ ਇਸ ਪਾਸੇ ਆ ਰਹੀਆਂ ਹੋਣ ਤਾਂ ਫਿਰ ਬੇੜੀ ਨੂੰ ਛੱਡ ਦਿਓ। ਤੁਸੀਂ ਬੇਕਾਰ ਵਿਚਕਾਰ ਮਿਹਨਤ ਕਿਉਂ ਕਰਦੇ ਹੋ? ਹਵਾਵਾਂ ਦੇ ਉਲਟ ਜਾਓਗੇ ਤਾਂ ਮਿਹਨਤ ਕਰਨੀ ਪਏਗੀ। ਨਦੀ ਤੋਂ ਉਲਟੇ ਤਰੋਗੇ ਤਾਂ ਮਿਹਨਤ ਕਰਨੀ ਪਏਗੀ। ਤਾਂ ਵੀ ਕਿਤੇ ਨਹੀਂ ਪੁੱਜੋਗੇ, ਥੱਕੋਗੇ, ਸਿਰਫ ਥੱਕ ਜਾਓਗੇ। ਸੰਸਾਰ ਦੀ ਪੂਰੀ ਦੌੜ ਤੋਂ ਪਿੱਛੋਂ ਆਦਮੀ ਦੇ ਚਿਹਰੇ ਨੂੰ ਵੇਖੋ। ਸਿਵਾਏ ਥਕਾਨ ਦੇ ਤੁਸੀਂ ਉੱਥੇ ਕੁਝ ਵੀ ਨਹੀਂ ਪਾਓਗੇ। ਮਰਨ ਤੋਂ ਪਹਿਲਾਂ ਹੀ ਲੋਕ ਮਰ ਗਏ ਹੁੰਦੇ ਹਨ, ਬਿਲਕੁਲ ਥੱਕ ਗਏ ਹੁੰਦੇ ਹਨ। ਆਰਾਮ ਦੀ ਭਾਲ ਹੁੰਦੀ ਹੈ ਕਿ ਕਿਸੇ ਤਰ੍ਹਾਂ ਆਰਾਮ ਕਰ ਲਈਏ। ਕਿਉਂ ਇੰਨੇ ਥੱਕ ਜਾਂਦੇ? ਆਦਮੀ ਬੁੱਢਾ ਹੁੰਦਾ ਹੈ, ਕਰੂਪ ਹੋ ਜਾਂਦਾ ਹੈ। ਤੁਸੀਂ ਜੰਗਲ ਦੇ ਜਾਨਵਰਾਂ ਨੂੰ ਵੇਖਿਆ? ਬੁੱਢੇ ਹੁੰਦੇ ਹਨ ਪਰ ਕਰੂਪ ਨਹੀਂ ਹੁੰਦੇ। ਬੁਢਾਪੇ 'ਚ ਵੀ ਉਹੀ ਖੂਬਸੂਰਤੀ ਹੁੰਦੀ ਹੈ। ਤੁਸੀਂ ਬੁੱਢੇ ਦਰਖਤਾਂ ਨੂੰ ਵੇਖਿਆ? 1000 ਸਾਲ ਪੁਰਾਣਾ ਦਰਖਤ, ਮੌਤ ਨੇੜੇ ਆ ਰਹੀ ਹੈ ਪਰ ਸੁੰਦਰਤਾ 'ਚ ਰਤੀ ਪਰ ਕਮੀ ਨਹੀਂ ਹੁੰਦੀ, ਹੋਰ ਵੱਧ ਗਈ ਹੁੰਦੀ ਹੈ। ਉਹਦੀ ਛਾਂ ਹੇਠਾਂ ਹੁਣ ਹਜ਼ਾਰਾਂ ਲੋਕ ਬੈਠ ਸਕਦੇ ਹਨ। ਸੁੰਦਰਤਾ 'ਚ ਕੋਈ ਫਰਕ ਨਹੀਂ ਪੈਂਦਾ, ਸੁੰਦਰਤਾ ਹੋਰ ਗਹਿਰੀ ਹੋ ਜਾਂਦੀ ਹੈ। ਬੁੱਢੇ ਰੁੱਖ ਕੋਲ ਬਹਿਣ ਦਾ ਮਜ਼ਾ ਹੀ ਹੋਰ ਹੈ। ਉਹ ਜਵਾਨ ਰੁੱਖ ਦੇ ਕੋਲ ਨਹੀਂ ਮਿਲੇਗਾ। ਅਜੇ ਜਵਾਨ ਨੂੰ ਕੋਈ ਅਨੁਭਵ ਨਹੀਂ ਹੈ। ਬੁੱਢੇ ਦਰਖਤ ਨੇ ਪਤਾ ਨਹੀਂ ਕਿੰਨੇ ਮੌਸਮ ਵੇਖੇ, ਕਿੰਨੇ ਮੀਂਹ, ਕਿੰਨੀਆਂ ਸਰਦੀਆਂ, ਕਿੰਨੀ ਧੁੱਪ, ਕਿੰਨੇ ਲੋਕ ਰੁਕੇ ਤੇ ਕਿੰਨੇ ਗਏ, ਕਿੰਨਾ ਸੰਸਾਰ, ਕਿੰਨੀਆਂ ਹਵਾਵਾਂ ਲੰਘੀਆਂ, ਕਿੰਨੇ ਬੱਦਲ ਲੰਘੇ, ਕਿੰਨੇ ਸੂਰਜ ਆਏ ਤੇ ਗਏ, ਕਿੰਨੇ ਚੰਨਾਂ ਨਾਲ ਮੇਲ ਹੋਇਆ, ਕਿੰਨੀਆਂ ਹਨੇਰੀਆਂ ਰਾਤਾਂ। ਉਹ ਸਭ ਲਿਖਿਆ ਹੈ, ਉਹ ਸਭ ਉਸ ਵਿੱਚ ਭਰਿਆ ਹੈ। ਬੁੱਢੇ ਦਰਖਤ ਕੋਲ ਬੈਠਣਾ ਇਤਿਹਾਸ ਕੋਲ ਬੈਠਣਾ ਹੈ। ਬੜੀ ਗਹਿਰੀ ਪਰੰਪਰਾ ਉਹਦੇ ਵਿੱਚੋਂ ਦੀ ਵਗਦੀ ਹੈ। ਬੌਧਾਂ ਨੇ ਜਿਸ ਰੁੱਖ ਦੇ ਹੇਠਾਂ ਬੁੱਧ ਨੂੰ ਗਿਆਨ ਹੋਇਆ, ਉਹਨੂੰ ਬਚਾਉਣ ਦੀ ਹੁਣ ਤੱਕ ਕੋਸ਼ਿਸ਼ ਕੀਤੀ ਹੈ। ਉਹ ਇਸ ਲਈ ਕਿ ਉਹਦੇ ਹੇਠਾਂ ਇੱਕ ਪਰਮ ਘਟਨਾ ਘਟੀ ਹੈ। ਉਹ ਰੁੱਖ ਉਸ ਅਨੁਭਵ ਨਾਲ ਅਜੇ ਵੀ ਪੂਰਾ ਭਰਿਆ ਹੈ। ਉਹ ਰੁੱਖ ਅਜੇ ਵੀ ਉਸ ਕੰਪਨ ਨਾਲ ਕੰਪਿਤ ਹੈ। ਉਹ ਜਿਹੜੀ ਪਰਮ ਘਟਨਾ ਉਹਦੇ ਹੇਠਾਂ ਹੋਈ ਸੀ, ਉਹ ਜਿਹੜਾ ਬੁੱਧ ਪਰਮ ਗਿਆਨ ਨੂੰ ਪ੍ਰਾਪਤ ਹੋਇਆ ਸੀ, ਉਹ ਜਿਹੜੀ ਜੋਤ ਬੁੱਧ ਦੇ ਅੰਦਰ ਜਗੀ ਸੀ, ਉਸ ਪ੍ਰਕਾਸ਼ ਦੀਆਂ ਕੁਝ ਕਿਰਨਾਂ ਅਜੇ ਵੀ ਉਹਨੂੰ ਚੇਤੇ ਹਨ। ਹੋਰ ਜੇਕਰ ਤੁਸੀਂ ਬੋਧੀ ਬਿਰਛ ਦੇ ਕੋਲ ਸ਼ਾਂਤ ਹੋ ਕੇ ਬੈਠ ਜਾਓ ਤਾਂ ਅਚਾਨਕ ਇਹੋ ਜਿਹੀ ਸ਼ਾਂਤੀ ਪਾਓਗੇ ਜਿਹੜੀ ਤੁਹਾਨੂੰ ਕਦੀ ਵੀ ਨਹੀਂ ਮਿਲੀ ਸੀ, ਕਿਉਂਕਿ ਤੁਸੀਂ ਇਕੱਲੇ ਹੀ ਸ਼ਾਂਤ ਨਹੀਂ ਹੋ ਰਹੇ ਹੋ। ਉਸ ਰੁੱਖ ਨੇ ਇੱਕ ਅਸੀਮ ਸ਼ਾਂਤੀ ਜਾਣੀ ਹੈ। ਉਹ ਆਪਣੇ ਅਨੁਭਵ ਵਿੱਚ ਤੁਹਾਨੂੰ ਹਿੱਸੇਦਾਰ ਬਣਾਏਗੀ। ਬੁੱਢੇ ਰੁੱਖ ਸੁੰਦਰ ਹੋ ਜਾਂਦੇ ਹਨ। ਬੁੱਢੇ ਸ਼ੇਰ 'ਚ ਹੋਰ ਵੀ ਸੁੰਦਰਤਾ ਹੁੰਦੀ ਹੈ ਜੋ ਜਵਾਨ 'ਚ ਨਹੀਂ ਹੁੰਦੀ। ਜਵਾਨ ਵਿੱਚ ਇੱਕ ਉਤੇਜਨਾ ਹੁੰਦੀ ਹੈ, ਜਲਦਬਾਜ਼ੀ ਹੁੰਦੀ ਹੈ, ਉਤਾਵਲਾਪਨ ਹੁੰਦਾ ਹੈ, ਵਾਸ਼ਨਾ ਹੁੰਦੀ ਹੈ। ਬੁੱਢੇ 'ਚ ਸਭ ਸ਼ਾਂਤ ਹੋ ਗਿਆ ਹੁੰਦਾ ਹੈ।
ਪਰ ਆਦਮੀ ਕਰੂਪ ਹੋ ਜਾਂਦਾ ਹੈ ਕਿਉਂਕਿ ਆਦਮੀ ਥੱਕ ਜਾਂਦਾ ਹੈ। ਦਰਖਤ ਪਰਮਾਤਮਾ ਦੇ ਖਿਲਾਫ ਲੜਦੇ ਨਹੀਂ ਹਨ। ਉਹਨਾਂ ਨੇ ਪਾਲ ਖੋਲ ਕੇ ਰੱਖੀ ਹੋਈ ਹੈ। ਜਿੱਧਰ ਉਹਦੀ ਹਵਾ ਲੈ ਜਾਏ ਉੱਧਰ ਹੀ ਜਾਣ ਨੂੰ ਰਾਜ਼ੀ ਹਨ। ਤੁਸੀਂ ਉਹਦੇ ਖਿਲਾਫ ਲੜਦੇ ਹੋ। ਆਦਮੀ ਇਕੱਲਾ ਉਹਦੇ ਖਿਲਾਫ ਲੜਦਾ ਹੈ, ਇਸ ਲਈ ਥੱਕਦਾ ਹੈ, ਟੁੱਟਦਾ ਹੈ, ਖਸਤਾ ਹਾਲਤ 'ਚ ਹੋ ਜਾਂਦਾ ਹੈ। ਜੇਕਰ ਜੀਵਨ ਇੱਕ ਸੰਘਰਸ਼ ਹੈ ਤਾਂ ਹੋਏਗਾ ਹੀ। ਇਸ ਸੰਸਾਰ 'ਚ ਜੋ ਵੀ ਪਾਉਣਾ ਹੈ ਉਸ ਲਈ ਕਰਮ ਕਰਨਾ ਪੈਂਦਾ ਹੈ, ਪਰ ਪਰਮਾਤਮਾ ਨੂੰ ਪਾਉਣ ਲਈ ਕਿਸੇ ਕਰਮ ਦੀ ਜ਼ਰੂਰਤ ਨਹੀਂ। ਪੂਜਾ ਨਹੀਂ, ਪ੍ਰਾਰਥਨਾ ਨਹੀਂ, ਯੋਗ ਨਹੀਂ, ਤਪ ਨਹੀਂ, ਜਪ ਨਹੀਂ। ਕਰਮ ਨਾਲ ਉਸਨੂੰ ਪਾਇਆ ਹੀ ਨਹੀਂ ਜਾ ਸਕਦਾ। ਉਹਨੂੰ ਪ੍ਰੇਮ ਨਾਲ ਪਾਇਆ ਜਾਂਦਾ ਹੈ ਤੇ ਪ੍ਰੇਮ ਤੇ ਕਰਮ ਦੀ ਦਿਸ਼ਾ ਵੱਖਰੀ ਹੈ। ਪ੍ਰੇਮ ਇੱਕ ਭਾਵ ਹੈ। ਜਦੋਂ ਤੁਸੀਂ ਪ੍ਰੇਮ ਕਰਦੇ ਹੋ ਤਾਂ ਧਿਆਨ ਰੱਖਣਾ, ਦੁਨੀਆ 'ਚ ਇੱਕ ਹੀ ਚੀਜ਼ ਹੈ ਜਿਹੜੀ ਥੱਕਦੀ ਨਹੀਂ, ਉਹ ਹੈ ਪ੍ਰੇਮ। ਬਾਕੀ ਸਾਰੀਆਂ ਚੀਜ਼ਾਂ ਥੱਕ ਜਾਂਦੀਆਂ ਹਨ ਕਿਉਂਕਿ ਪ੍ਰੇਮ ਕੋਈ ਮਿਹਨਤ ਨਹੀਂ ਹੈ। ਤੁਸੀਂ ਜਿੰਨਾ ਵੀ ਪ੍ਰੇਮ ਕਰੋ ਓਨੇ ਹੀ ਪ੍ਰੇਮ ਕਰਨ 'ਚ ਸਿਆਣੇ ਹੋ ਜਾਂਦੇ ਹੋ। ਪ੍ਰੇਮ ਦਾ ਜਿੰਨਾ ਤੁਹਾਡਾ ਅਨੁਭਵ ਵਧੇਗਾ ਓਨਾ ਹੀ ਤੁਸੀਂ ਪਾਓਗੇ। ਤੁਸੀਂ ਪ੍ਰੇਮ ਕਰਨ 'ਚ ਸਮਰੱਥ ਹੋ ਗਏ ਹੋ। ਪ੍ਰੇਮ ਵੱਧਦਾ ਹੀ ਜਾਂਦਾ ਹੈ। ਪ੍ਰੇਮ ਦੇ ਜਵਾਰ 'ਚ ਭਾਟਾ ਕਦੇ ਆਉਂਦਾ ਹੀ ਨਹੀਂ, ਉਹ ਹਮੇਸ਼ਾ ਚੜ੍ਹਦਾ ਹੈ, ਉਤਰਦਾ ਨਹੀਂ ਹੈ। ਪਰ ਪ੍ਰੇਮ ਇੱਕ ਪ੍ਰਮਾਦ ਹੈ, ਇਹ ਤੁਹਾਡੀ ਮਿਹਨਤ ਨਹੀਂ ਹੈ। ਠੀਕ ਤਰ੍ਹਾਂ ਸਮਝੋ ਤਾਂ ਪ੍ਰੇਮ ਤੁਹਾਡਾ ਆਰਾਮ ਹੈ। ਇਸ ਲਈ ਤਾਂ ਜਦ ਤੁਸੀਂ ਪ੍ਰੇਮ 'ਚ ਹੁੰਦੇ ਹੋ ਤਾਂ ਆਪਣੇ ਆਪ ਨੂੰ ਤਾਜ਼ਾ ਪਾਉਂਦੇ ਹੋ, ਆਰਾਮ 'ਚ ਪਾਉਂਦੇ ਹੋ। ਸਧਾਰਨ ਪ੍ਰੇਮ 'ਚ ਵੀ ਜੇਕਰ ਇੱਕ ਆਦਮੀ ਨਾਲ ਤੁਹਾਡਾ ਪ੍ਰੇਮ ਹੈ, ਉਹ ਤੁਹਾਡੇ ਕੋਲ ਬੈਠ ਜਾਂਦਾ ਹੈ ਤਾਂ ਤੁਹਾਨੂੰ ਲੱਗਦਾ ਹੈ ਸਾਰੀ ਥਕਾਨ ਮੁੱਕ ਗਈ। ਤੁਸੀਂ ਹਲਕੇ ਹੋ ਗਏ, ਤਾਜ਼ੇ ਹੋ ਗਏ, ਪ੍ਰਫੁੱਲਤ ਹੋ ਗਏ। ਮਿਹਨਤ ਦੀ ਸਾਰੀ ਧੂੜ ਝੜ ਗਈ। ਤਾਂ ਪਰਮਾਤਮਾ ਦੇ ਪਿਆਰ ਦੀ ਤੁਸੀਂ ਕਲਪਨਾ ਕਰ ਸਕਦੇ ਹੋ। ਜਿਸ ਦਿਨ ਉਸ ਦਾ ਜਨਮ ਹੋਏਗਾ ਉਸ ਦਿਨ ਕੈਸੀ ਮਿਹਨਤ, ਕੈਸੀ ਥਕਾਨ। ਪਰਮਾਤਮਾ ਨੂੰ ਕੋਸ਼ਿਸ਼ ਨਾਲ ਨਹੀਂ ਪਾਇਆ ਜਾਂਦਾ ਪਰ ਸਾਧ ਨਾਲ ਪਾਇਆ ਜਾਂਦਾ ਹੈ। ਇਸ ਲਈ ਨਾਨਕ ਕਹਿੰਦੇ ਹਨ, ਗੁਰ ਪ੍ਰਸਾਦ। ਪਰਮਾਤਮਾ ਨਾਲ ਤੁਹਾਡਾ ਸਿੱਧਾ ਸੰਬੰਧ ਅੱਜ ਨਹੀਂ ਹੋ ਸਕਦਾ ਕਿਉਂਕਿ ਅੱਖਾਂ ਉਸ ਲਈ ਤਿਆਰ ਨਹੀਂ ਹਨ। ਜੇਕਰ ਤੁਹਾਨੂੰ ਇਸ ਸੂਰਜ ਨੂੰ ਵੇਖਣ ਦੇ ਲਈ ਅੱਖਾਂ ਨੂੰ ਤਿਆਰ ਕਰਨਾ ਹੋਵੇ ਤਾਂ ਦੀਵੇ ਤੋਂ ਸ਼ੁਰੂਆਤ ਕਰਨੀ ਪੈਂਦੀ ਹੈ। ਦੀਵੇ ਦੀ ਜੋਤ ਉੱਤੇ ਤਰਾਟਕ, ਇੱਕ ਟਕ ਵੇਖਣਾ, ਫਿਰ ਹੋਰ ਵੱਡੀ ਜੋਤ ਉੱਤੇ ਤਰਾਟਕ, ਫਿਰ ਹੋਰ ਵੱਡੀ ਜੋਤੀ ਉੱਤੇ ਤਰਾਟਕ, ਫਿਰ ਹੌਲੀ ਹੌਲੀ ਸੂਰਜ ਦੇ ਵੱਲ। ਨਹੀਂ ਤਾਂ ਤੁਸੀਂ ਜਿਹੋ ਜਿਹੇ ਹੋ, ਹੁਣੇ ਤਾਂ ਸੂਰਜ ਤੁਹਾਡੀਆਂ ਅੱਖਾਂ ਨੂੰ ਅੰਨਾ ਕਰ ਦੇਵੇਗਾ। ਜੇਕਰ ਘੜੇ ਨੂੰ ਵੀ ਸਿੱਧਾ ਕਰਨਾ ਹੋਵੇ ਤਾਂ ਪਹਿਲਾਂ ਗੁਰੂ ਵੱਲ, ਗੁਰੂ ਤਿਆਰੀ ਹੈ। ਤੇ ਜਦ ਤੁਸੀਂ ਉਸ ਦੇ ਨਾਲ ਭਰਨ ਨੂੰ ਰਾਜ਼ੀ ਹੋ ਜਾਓਗੇ ਤੇ ਭਰ ਕੇ ਪੁਲਕਿਤ ਆਨੰਦਿਤ ਹੋਵੋਗੇ, ਤੁਹਾਡੇ ਸਾਰੇ ਭੈ ਦੂਰ ਹੋ ਜਾਣਗੇ, ਤਦ ਤੁਸੀਂ ਪਰਮਾਤਮਾ ਦੇ ਵੱਲ ਖੁੱਲ੍ਹ ਸਕੋਗੇ। ਇੱਕਦਮ ਪਰਮਾਤਮਾ ਦੇ ਵੱਲ ਖੁੱਲ੍ਹਣਾ ਖਤਰਨਾਕ ਵੀ ਹੋ ਸਕਦਾ ਹੈ। ਤੁਸੀਂ ਸ਼ਾਇਦ ਝੱਲ ਹੀ ਨਾ ਸਕੋ ਇੰਨੇ ਵੱਡੇ ਦਾਨ ਨੂੰ। ਆਕਾਸ਼ ਤੋਂ ਗੰਗਾ ਉਤਾਰਨੀ ਹੋਵੇ ਤਾਂ ਭਾਗੀਰਥ ਚਾਹੀਦਾ ਹੈ। ਗੰਗਾ ਨੂੰ ਤੁਸੀਂ ਝੱਲ ਨਾ ਸਕੋਗੇ, ਹਰ ਕੋਈ ਨਹੀਂ ਝੱਲ ਸਕਦਾ। ਤੁਸੀਂ ਤਾਂ ਛੋਟੇ ਜਿਹੇ ਛੱਪੜ ਵਿੱਚ ਡੁੱਬ ਜਾਓਗੇ। ਇਸ ਲਈ ਨਾਨਕ ਗੁਰੂ 'ਤੇ ਬਹੁਤ ਜ਼ੋਰ ਦਿੰਦੇ ਹਨ। ਜ਼ੋਰ ਇਸ ਲਈ ਹੈ ਕਿ ਗੁਰੂ ਤੁਹਾਨੂੰ ਤਿਆਰ ਕਰੇਗਾ, ਤਿਆਰ ਕਰੇਗਾ ਗੁਰੂ ਉਸ ਦੇ ਕੋਲੋਂ ਜੋ ਵਗ ਰਿਹਾ ਹੈ। ਜੇਕਰ ਤੁਸੀਂ ਉਹਨੂੰ ਝੱਲਣ ਵਿੱਚ ਸਮਰੱਥ ਹੋ ਗਏ, ਤੁਸੀਂ ਭਾਗੀਰਥ ਹੋ ਜਾਓਗੇ, ਫਿਰ ਸਵਰਗ ਦੀ ਗੰਗਾ ਨੂੰ ਵੀ ਝੱਲ ਸਕੋਗੇ। ਪਰਮਾਤਮਾ ਪਾਇਆ ਜਾਂਦਾ ਹੈ, ਕਰਮ ਨਾਲ ਨਹੀਂ। ਇਸ ਸ੍ਰਿਸ਼ਟੀ ਵਿੱਚ ਸਭ ਕੁਝ ਕਰਮ ਨਾਲ ਪਾਇਆ ਜਾਂਦਾ ਹੈ। ਪਰਮਾਤਮਾ ਕਿਵੇਂ ਪਾਇਆ ਜਾਂਦਾ ਹੈ? ਜੋ ਗੁਰੂ ਦੀ ਇੱਕ ਸਿੱਖਿਆ ਸੁਣ ਲੈਂਦਾ ਹੈ। ਗੁਰੂ ਦੀ ਇੱਕ ਸਿੱਖਿਆ ਸੁਣਨ ਨਾਲ ਪਰਮਾਤਮਾ ਮਿਲ ਸਕਦਾ ਹੈ, ਤੁਹਾਡੇ ਕੁਝ ਕਰਨ ਨਾਲ ਨਹੀਂ। ਉਸ ਦੀ ਮੱਤ ਜੋ ਗੁਰੂ ਦੀ ਇੱਕ ਸਿੱਖਿਆ ਸੁਣ ਲੈਂਦਾ ਹੈ, ਰਤਨ ਜਵਾਹਰ ਮਾਣਕ ਵਰਗੀ ਹੋ ਜਾਂਦੀ ਹੈ, ਬਹੁਤ ਕੀਮਤੀ ਹੋ ਜਾਂਦੀ ਹੈ। ਪਰ ਗੁਰੂ ਦੀ ਇੱਕ ਸਿੱਖਿਆ ਸੁਣਨੀ ਵੀ ਮੁਸ਼ਕਿਲ ਹੈ ਕਿਉਂਕਿ ਗੁਰੂ ਦੀ
ਇੱਕ ਸਿੱਖਿਆ ਸੁਣਨ ਦੇ ਵਾਸਤੇ ਤੁਹਾਨੂੰ ਆਪਣਾ ਪੂਰਾ ਜੀਵਨ ਬਦਲਣਾ ਪਏਗਾ। ਤੁਸੀਂ ਜਿਸ ਤਰ੍ਹਾਂ ਦੇ ਹੋ ਉੱਥੇ ਤਾਂ ਤੁਹਾਨੂੰ ਕੁਝ ਵੀ ਸੁਣਾਈ ਨਹੀਂ ਪਏਗਾ। ਗੁਰੂ ਦੀ ਸਿੱਖਿਆ ਦੇ ਲਈ ਤੁਹਾਨੂੰ ਗੁਰੂ ਦੇ ਵੱਲ ਹੋਣਾ ਪਏਗਾ। ਤੁਹਾਨੂੰ ਉਸ ਦੇ ਕੋਲ ਚੁੱਪ ਤੇ ਸ਼ਾਂਤ ਬੈਠਣ ਦੀ ਕਲਾ ਸਿੱਖਣੀ ਪਏਗੀ। ਤੁਸੀਂ ਜਦ ਉਹਦੇ ਕੋਲ ਜਾਓ ਤਾਂ ਤੁਹਾਨੂੰ ਆਪਣਾ ਸਿਰ ਘਰ ਹੀ ਛੱਡ ਕੇ ਜਾਣਾ ਪਏਗਾ। ਜੇਕਰ ਤੁਸੀਂ ਸਿਰ ਆਪਣੇ ਨਾਲ ਹੀ ਲੈ ਗਏ ਤਾਂ ਤੁਸੀਂ ਸੁਣ ਨਾ ਸਕੋਗੇ। ਸਿੱਖਿਆ ਵੀ ਦਿੱਤੀ ਜਾਏਗੀ ਤਾਂ ਅਰਥ ਤੁਸੀਂ ਆਪਣੇ ਕੱਢੋਗੇ। ਤੁਹਾਡਾ ਸਿਰ ਵਿਚਾਲੇ ਸਾਰੀਆਂ ਤਬਦੀਲੀਆਂ ਕਰ ਦੇਗਾ, ਬਦਲ ਦੇਗਾ। ਕਿਹਾ ਕੁਝ ਜਾਏਗਾ, ਤੁਸੀਂ ਸੁਣ ਕੁਝ ਲਓਗੇ ਤੇ ਤੁਸੀਂ ਖਾਲੀ ਹੱਥ ਆਏ ਸੀ, ਖਾਲੀ ਹੱਥ ਵਾਪਸ ਮੁੜ ਜਾਓਗੇ। ਕਿਉਂਕਿ ਗੁਰੂ ਦੀ ਸਿੱਖਿਆ ਦਿਮਾਗ ਨਾਲ ਨਹੀਂ ਸੁਣੀ ਜਾਂਦੀ, ਸਿਰ ਨਾਲ ਉਸ ਦਾ ਕੁਝ ਲੈਣਾ ਦੇਣਾ ਨਹੀਂ ਹੈ। ਗੁਰੂ ਦੀ ਸਿੱਖਿਆ ਤਾਂ ਹਿਰਦੇ ਨਾਲ ਸੁਣੀ ਜਾਂਦੀ ਹੈ। ਤੁਸੀਂ ਗੁਰੂ ਦੀ ਸਿੱਖਿਆ ਸੁਣਨ ਵੇਲੇ ਵਿਚਾਰ ਨਹੀਂ ਕਰਦੇ ਕਿ ਉਹ ਗਲਤ ਕਹਿ ਰਿਹਾ ਜਾਂ ਠੀਕ ਕਹਿ ਰਿਹਾ। ਇਸ ਲਈ ਤਾਂ ਸ਼ਰਧਾ ਨਾਲ ਸੁਣੀ ਜਾਂਦੀ ਹੈ। ਗੁਰੂ ਕਹਿ ਰਿਹਾ ਹੈ, ਇਸ ਲਈ ਠੀਕ ਹੈ। ਤੁਸੀਂ ਸੋਚਣ ਵਾਲੇ ਨਹੀਂ ਹੋ, ਫੈਸਲਾ ਕਰਨ ਵਾਲੇ ਨਹੀਂ ਹੋ ਕਿ ਉਹ ਠੀਕ ਕਹਿ ਰਿਹਾ ਹੈ ਕਿ ਗਲਤ ਕਹਿ ਰਿਹਾ ਹੈ। ਜੇਕਰ ਤੁਸੀਂ ਅਜੇ ਵੀ ਸੋਚਣ ਵਾਲੇ ਹੋ ਤਾਂ ਤੁਸੀਂ ਮਾਸਟਰ ਦੇ ਕੋਲ ਹੋ, ਗੁਰੂ ਦੇ ਕੋਲ ਨਹੀਂ ਹੋ। ਤਾਂ ਤੁਸੀਂ ਵਿਦਿਆਲੇ ਵਿੱਚੋਂ ਸਾਧ ਸੰਗਤ ਵਿੱਚ ਨਹੀਂ, ਉੱਥੇ ਤੁਸੀਂ ਸੋਚੋ ਕਿ ਕੀ ਠੀਕ ਹੈ, ਕੀ ਗਲਤ ਹੈ। ਫੈਸਲਾ ਕਰਨ ਵਾਲੇ ਤੁਸੀਂ ਹੀ ਹੋ। ਧੰਨਵਾਦ।